ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਸਾਡੀ ਗੱਲਬਾਤ ਹੋ ਰਹੀ ਆ ਇੱਕ ਮਸ਼ਹੂਰ ਆਰਟਿਸਟ ਜਸਵੰਤ ਜੀ ਨਾਲ। ਇੱਕ ਜਸਵੰਤ ਜੀ ਕਿ ਤੁਸੀਂ ਸਫ਼ਰ ਤੈਅ ਕੀਤਾ, ਬੜੀਆਂ ਤੁਸੀਂ ਵਿਸਿਟਿਊਡ ਦੇਖੀਆਂ, ਬੜੇ ਨਸ਼ੇਬੋ ਫਰਾਜ਼ ਦੇਖੇ ਆ ਜੀ ਲਾਈਫ ਦੇ ਜੀ। ਇਹਨਾਂ ਦੌਰਾਨ ਦਾ, ਇਸ ਸਫ਼ਰ ਦੇ ਦੌਰਾਨ ਤੁਹਾਨੂੰ ਕਈ ਤੁਹਾਡੇ ਹਮਸਫ਼ਰ ਰਹੇ ਹੋਣਗੇ, ਉਹਨਾਂ ਵਿੱਚੋਂ ਕੋਈ ਇਸ ਤਰ੍ਹਾਂ ਦੇ ਵੀ ਹੈਗੇ ਜਿਨ੍ਹਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਜਾਂ ਨਹੀਂ ਪ੍ਰਭਾਵਿਤ ਕੀਤਾ? ਵੈਲ, ਮੈਂ ਜਿਹੜਾ ਜੇ ਮੈਂ ਐਟੀਟਿਊਡ ਦਿਖਾਉਣਾ ਹੁੰਦਾ ਜਾਂ ਮੈਂ ਕਹਿਣਾ ਹੁੰਦਾ ਤਾਂ ਮੈਂ ਜ਼ਰੂਰ ਕਹਿੰਦਾ ਵੀ ਮੈਂ ਕਿਸੇ ਤੋਂ ਪ੍ਰਭਾਵਿਤ ਨਹੀਂ ਹੁੰਦਾ। ਔਰ ਕਿਸੇ ਹੱਦ ਤੱਕ ਸਹੀ ਵੀ ਹੈ, ਹਾਂਜੀ, ਲੇਕਿਨ ਕੌਨਸ਼ੀਅਸਲੀ ਨਹੀਂ, ਸਬਕੌਨਸ਼ੀਅਸ ਦੇ ਵਿੱਚ ਬਹੁਤ ਸਾਰੇ ਲੋਕ ਤੁਹਾਨੂੰ ਪ੍ਰਭਾਵਿਤ ਕਰਦੇ ਆ। ਠੀਕ ਹੈ। ਸਭ ਤੋਂ ਪਹਿਲਾਂ ਮੈਂ ਪ੍ਰਭਾਵਿਤ ਹੋਇਆ ਸੀ ਡਾਕਟਰ ਸਾਹਿਬ ਤੋਂ, ਡਾਕਟਰ ਮੁਲਕ ਆਨੰਦ ਹੋਰਾਂ ਤੋਂ। ਠੀਕ ਹੈ। ਔਰ ਮੈਂ ਸ਼ੁਰੂ ਤੋਂ ਹੀ ਕਿਸੇ ਅੱਖੜ ਤਰ੍ਹਾਂ ਦਾ ਕਹਿ ਲਓ ਕਿ ਮੇਰੇ 'ਚ, ਜਾਂ ਮੈਨੂੰ ਉਦੋਂ ਅਕਲ ਨਹੀਂ ਸੀ, ਬੱਚਾ ਸੀਗਾ, ਉਹ ਕੋਈ ਗੱਲ ਕਰ ਰਹੇ ਸੀ ਤਾਂ ਮੈਂ ਉਹਨਾਂ ਨੂੰ ਜਿਹੜਾ ਹੈਗਾ ਕਿ ਨਹੀਂ ਜੀ ਇਹ ਉਹਦਾ ਕੰਮ ਨਹੀਂ ਹੈ, ਫਲਾਣੇ ਬੰਦੇ ਦਾ ਕੰਮ ਹੈ। ਹਾਂਜੀ। ਅਤੇ ਉਹਦੇ ਵਾਸਤੇ ਬਾਅਦ 'ਚ ਮੈਨੂੰ ਬੇਇੱਜ਼ਤੀ ਵੀ ਮਹਿਸੂਸ ਹੋਈ, ਬਟ ਮਜ਼ਾ ਇਹ ਹੋਇਆ ਕਿ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਕਿ ਹੀ ਕੈਨ ਟਾਕ। ਠੀਕ ਹੈ। ਕਿ ਗੱਲ ਨੂੰ ਇੱਦਾਂ ਨਹੀਂ ਹੈ ਬੱਚਾ ਕਿ ਪਕੜਦਾ ਗੱਲ ਨੂੰ, ਹੈ ਨਾ। ਉਹਦੇ ਕਰਕੇ ਉਹਨਾਂ ਨੇ ਮੈਨੂੰ ਕੈਮਰਾ ਵੀ ਆਪਣਾ ਦਿੱਤਾ ਸੀਗਾ। ਅੱਛਾ। ਉਹਨਾਂ ਦੀਆਂ ਰਾਈਟਿੰਗ ਲਈ ਮੈਂ ਬਹੁਤ ਪ੍ਰਭਾਵਿਤ ਹਾਂ। ਕਹਿੰਦਾ ਤੂੰ ਮੇਰੀ ਜਿਹੜੀ ਕਿਤਾਬ ਪੜ੍ਹੀ ਹੈ ਕੋਈ? ਹਾਂਜੀ। ਮੈਂ ਕੋਈ ਨਹੀਂ ਸੀ ਪੜ੍ਹੀ, ਔਰ ਆਮ ਬਲੰਟ ਮੈਂ ਕਿਹਾ ਜੀ ਮੈਂ ਨਹੀਂ ਪੜ੍ਹਿਆ ਕੁਛ ਵੀ, ਹਾਂਜੀ, ਹੈ ਨਾ। ਅਤੇ ਉਹ ਆਪਣੇ ਭਤੀਜੇ ਨੂੰ ਕਹਿੰਦੇ ਬਲਦੇਵ ਕਿਵੇਂ ਮਾਈ ਬੁੱਕਸ। ਠੀਕ ਹੈ। ਬਲਦੇਵ ਹੋਰਾਂ ਨੇ ਮੈਨੂੰ ਕਿਤਾਬਾਂ ਦਿੱਤੀਆਂ। ਡਾਕਟਰ ਸਾਹਿਬ ਨੇ ਆਪਣਾ ਕੈਮਰਾ ਇੱਕ ਮੈਨੂੰ ਦਿੱਤਾ, ਕਿਉਂਕਿ ਉਦੋਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਮਿਊਜ਼ੀਅਮ ਬਣ ਰਿਹਾ ਸੀ, ਜਿਸ ਕਰਕੇ ਅੰਮ੍ਰਿਤਸਰ ਆਏ ਸੀਗੇ। ਠੀਕ ਹੈ। ਜੋ ਆਪਣੇ ਉਹ ਰਹਿੰਦੇ ਤਾਂ ਕਿਸੇ ਹੋਟਲ 'ਚ, ਲੇਕਿਨ ਹਰ ਰੋਜ਼ ਹਰ ਦੂਜੇ ਦਿਨ ਆਪਣੇ ਘਰ ਜਿੱਥੇ ਉਹ ਪੈਦਾ ਹੋਏ ਸੀ ਉਸ ਘਰ 'ਚ ਜ਼ਰੂਰ ਆਉਂਦੇ ਸੀਗੇ। ਉਸ ਘਰ ਦੇ ਵਿੱਚ ਹੀ ਮੇਰੀਆਂ ਕਾਫੀ ਸਾਰੀਆਂ ਮੁਲਾਕਾਤਾਂ ਉਹਨਾਂ ਨਾਲ ਹੋਈਆਂ। ਠੀਕ ਹੈ। ਹਾਂਜੀ। ਉਹਨਾਂ ਨੇ ਕਾਫੀ ਪ੍ਰਭਾਵਿਤ ਕੀਤਾ। ਬੜੀਆਂ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਬੰਦੇ ਤੋਂ ਜਾਣੇ ਅਣਜਾਣੇ ਸਿੱਖਣ ਨੂੰ ਮਿਲਦੀਆਂ, ਉਹਦੇ ਵਿੱਚ ਮੈਨੂੰ ਕਾਫੀ ਸਾਰੀ ਪ੍ਰਭਾਵਿਤ ਉਹਨਾਂ ਨੇ ਕੀਤਾ। ਦੂਸਰਾ ਇਹ ਹੈਗਾ, ਕਾਲਜ ਵਿੱਚ ਜਾ ਕੇ ਉਹ ਬਹੁਤੇ ਸਾਰੇ ਲੋਕ ਪ੍ਰਭਾਵਿਤ ਕਰਨ ਵਾਲੇ ਨਹੀਂ ਸੀ। ਠੀਕ ਹੈ। ਉੱਥੇ ਇਹ ਵੀ ਸੀਗਾ ਕਿ ਅਸੀਂ ਜਦੋਂ ਪੰਜਾਬ ਤੋਂ, ਪਿੰਡ ਤੋਂ ਕੋਈ ਬੰਦਾ ਜਾਂਦਾ ਹੈ, ਬੱਚਾ ਜਾਂਦਾ ਹੈ, ਅਤੇ ਉਹਦਾ ਕੰਮ ਕੋਈ ਡਿਫਰੈਂਟ ਹੁੰਦਾ ਹੈ, ਹੈ ਨਾ। ਉੱਥੇ ਜਾ ਕੇ ਕਾਲਜ ਦੇ ਵਿੱਚ ਇੱਕਦਮ ਹੀ ਕੱਟ ਕਰਦਾ ਕਿ ਨੋ ਤੂੰ ਨਾ ਮਾਡਰਨ ਆਰਟ ਕਰ, ਤੂੰ ਕ੍ਰੀਏਟਿਵ ਕਰ। ਉਹ ਸਾਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਵੀ ਕ੍ਰੀਏਟਿਵ ਕੀ ਹੁੰਦਾ। ਅਸੀਂ ਬਾਬਾ ਨਾਨਕ ਬਣਾ ਕੇ ਮੌਜ ਵਿੱਚ ਸੀਗੇ, ਅਸੀਂ ਗੁਰੂ ਗੋਬਿੰਦ ਬਣਾ ਕੇ ਮੌਜ ਵਿੱਚ ਸੀਗੇ। ਕ੍ਰੀਏਟਿਵ ਹੋਣਾ ਸਾਡੇ ਲਈ ਬੜਾ ਚੈਲੰਜ ਸੀਗਾ, ਨਾ। ਉਹ ਵੀ ਆਪਣੇ ਲੈਵਲ 'ਤੇ, ਆਪਣੇ ਐਂਗਲ ਤੋਂ ਵੀ ਬਿਲਕੁਲ, ਟੀਚਰ ਵੀ ਬਿਲਕੁਲ ਠੀਕ ਸੀਗੇ, ਰਾਈਟ। ਲੇਕਿਨ ਇਹ ਹੈਗਾ ਕਿ ਵੀ ਉੱਥੇ ਜੇ ਪ੍ਰਭਾਵਿਤ ਹੋਇਆ ਥੋੜ੍ਹਾ ਜਿਹਾ ਕੰਮ ਤੋਂ, ਅਤੇ ਸਾਡੇ ਇੱਕ ਟੀਚਰ ਸੀਗੇ ਰਾਜ, ਹਾਂਜੀ, ਅਤੇ ਰਾਜ ਜੀ ਤੋਂ ਬੜਾ ਪ੍ਰਭਾਵਿਤ ਹੋਇਆ। ਇਹ ਆਰਟ ਕਾਲਜ ਦੀ ਚੰਡੀਗੜ੍ਹ ਦੀ ਗੱਲ ਕਰ ਰਿਹਾ ਜੀ, ਉਹਨਾਂ ਤੋਂ ਪ੍ਰਭਾਵਿਤ ਹੋਇਆ। ਫਿਰ ਮੈਨੂੰ ਜਿਹੜਾ ਬਾਅਦ ਵਿੱਚ ਮੌਕੇ ਮਿਲੇ ਨੇ ਯੂਰਪ ਘੁੰਮਣ ਦੇ, ਯੂਰਪ ਦੀਆਂ ਗੈਲਰੀਆਂ ਨੂੰ ਦੇਖਣ ਦੇ, ਅਤੇ ਫਿਰ ਮੈਨੂੰ ਜਿਹੜਾ ਹੈਗਾ ਇਕੱਲਾ ਮਾਸਟਰ ਜਿਨ੍ਹਾਂ ਦੀਆਂ ਪੇਂਟਿੰਗ ਬੁੱਕਾਂ 'ਚ ਦੇਖੀਆਂ ਸੀ, ਉਹਨਾਂ ਦੀ ਪੇਂਟਿੰਗ ਦੇ ਕੋਲ ਖੜ੍ਹੇ ਹੋ ਕੇ ਉਹਨਾਂ ਨੂੰ ਮਹਿਸੂਸ ਕਰਨ ਦਾ ਮੌਕਾ ਮਿਲਿਆ। ਅਤੇ ਬੜੇ ਲੋਕਾਂ ਤੋਂ ਮੈਂ ਪ੍ਰਭਾਵਿਤ ਹੋਇਆ, ਬੜੇ ਪੇਂਟਰਾਂ ਤੋਂ ਪ੍ਰਭਾਵਿਤ ਹੋਇਆ ਕਿ ਯਾਰ ਕਿ ਕਾਗਜ਼ ਦੇ ਉੱਤੇ ਛਪੀ ਹੋਈ ਤਸਵੀਰ ਜਿਹੜੀ, ਇਹਦੇ ਵਿੱਚ ਤਾਂ ਕੁਝ ਹੈ ਹੀ ਨਹੀਂ, ਸਾਹਮਣੇ ਤਸਵੀਰ ਦੇ ਖੜੇ ਹੁੰਦੇ, ਇਕੱਲਾ ਸਟਰੋਕ ਉਹਨਾਂ ਦਾ ਜਦੋਂ ਦਿਖਦਾ, ਹੈ ਨਾ। ਰੈਂਬਰਾਂ ਨੂੰ ਮੈਂ ਜਦੋਂ ਦੇਖਿਆ, ਅਤੇ ਜਿਹੜੀ ਕਿਸੇ ਵੀ ਬੁੱਕ ਦੇ ਵਿੱਚ ਪ੍ਰਿੰਟ ਰੈਂਬਰਾਂ ਸਮਝ ਨਹੀਂ ਆ ਸਕਦਾ, ਹੈ ਨਾ। ਉਹ ਜਿਹੜੀਆਂ ਪੇਂਟਿੰਗ ਸੀਗੀਆਂ, ਹੈ ਨਾ, ਉਹ ਦੇਖ ਕੇ ਕਿੱਥੇ ਉਹ ਟਰਾਂਸਪੇਰੈਂਟ ਰੰਗ ਯੂਜ਼ ਕਰ ਰਹੇ ਨੇ, ਕਿੱਥੇ ਉਹ ਓਪੇਕ ਯੂਜ਼ ਕਰਦੇ ਨੇ। ਮੈਨੂੰ ਪਹਿਲੀ ਵਾਰੀ ਇਹ ਸਮਝ ਆਇਆ ਕਿ ਇੰਨਾ ਕੁ ਪ੍ਰਭਾਵਿਤ ਹੋਇਆ ਕਿ ਕਿੱਦਾਂ ਉਹ ਖੇਡਦੇ ਨੇ ਰੰਗਾਂ ਦੇ ਨਾਲ। ਮਾਈਕਲ ਐਂਜਲੋ ਦੇ ਜਦੋਂ ਕੰਮ ਦੇਖੇ ਮੈਂ ਇਟਲੀ ਦੇ ਵਿੱਚ, ਜਾਂ ਜਦੋਂ ਮੈਂ ਲਿਓਨਾਰਡੋ ਦੇ ਕੰਮ ਦੇਖੇ, ਉਹ ਜਿਹੜੇ ਉਹ ਲੇਅਰ ਬਾਈ ਲੇਅਰ ਕੰਮ ਕਰਦਾ ਸੀਗਾ ਉਹ ਬੰਦਾ, ਉਹ ਦੇਖ ਕੇ ਮੈਂ ਇੰਨਾ ਕੁ ਪ੍ਰਭਾਵਿਤ ਹੋਇਆ। ਔਰ ਸੌਰੀ, ਅੱਜ ਤੱਕ ਮੈਂ ਉਹ ਜਿਹਾ ਕੰਮ ਕਰ ਨਹੀਂ ਪਾਉਂਦਾ ਜੀ, ਕੋਸ਼ਿਸ਼ ਹੁੰਦੀ ਹੈ ਕਰ ਸਕਾਂ ਜੀ। ਠੀਕ ਹੈ। ਐਸੇ ਮਹਾਨ ਆਰਟਿਸਟ ਤੁਸੀਂ ਪੈਰਿਸ ਮਿਊਜ਼ੀਅਮ 'ਚ ਉਹਨਾਂ ਦੀ, ਹਾਂਜੀ, ਪੈਰਿਸ ਲੋਵਰਸ ਦੇ ਵਿੱਚ, ਹਾਂਜੀ, ਮੋਨਾ ਲੀਜ਼ਾ ਜੀ, ਔਰ ਉਹ ਇੱਕ ਮਾਸਟਰਪੀਸ ਗਿਣੀ ਜਾਂਦੀ ਆ। ਔਰ ਉਹਦੇ ਵਿੱਚ ਜਿੰਨੀ ਕੁ ਮੈਂ ਦੇਖੀ ਹੈ ਜੀ, ਉਹਦੇ ਵਿੱਚ ਇੱਕ ਬਿਵਿਚਿੰਗ ਸਮਾਈਲ, ਜਿਹੜੀ ਕਿ ਇੱਕ ਲਿਪਸ ਦੇ ਨਾਲ, ਲਿਪਸ ਦੇ ਜਿਹੜੇ ਕਾਰਨਰਸ ਆਫ ਲਿਪਸ ਆ, ਹਾਂਜੀ, ਉਸ ਲੇਡੀ ਦੇ, ਹਾਂਜੀ, ਉਹਨਾਂ ਦੇ ਕੰਟੂਰਸ ਇਸ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਰੋਨਾਲਡੋ ਡਾ ਵਿੰਚੀ ਨੇ ਜੀ, ਕਿ ਉਹਦਾ ਮਤਲਬ ਕੋਈ ਸਾਨੀ ਨਹੀਂ ਹੈਗਾ। ਤੁਸੀਂ ਵੀ ਉਹ ਦੇਖੀ ਹੈ ਜੀ? ਮੈਂ ਬੜੀ ਨੇੜੇ ਤੋਂ। ਕੀ ਪ੍ਰਤੀਕਰਮ ਹੈ ਜੀ? ਦੇਖੋ ਜੀ, ਮੇਰਾ ਪ੍ਰਤੀਕਰਮ ਉਹ ਮੇਰੇ ਵਰਗਾ ਹੀ ਹੈ ਜੀ, ਆਈ ਐਮ ਵੈਰੀ ਬਲੰਟ। ਉਸ ਵੇਲੇ ਜਦੋਂ ਦੇਖੀ ਸੀ ਨਾ, ਮੈਂ ਉਹਦੀ ਟੈਕਨੀਕ 'ਤੇ
ਉਹਦੇ ਵਾਸ਼ਿਸ ਦੇ ਉੱਤੇ ਉਹਨੇ ਜਿਹੜਾ ਪਿੱਛੇ ਬਰਾਊਨਿਸ਼ ਮੱਡੀ ਤੇ ਇਹ ਉਹ ਉਹਨੇ ਅਗਰ ਗ੍ਰੀਨ ਵੀ ਪਿੱਛੇ ਲਾਇਆ ਸੀ ਤਾਂ ਮੱਡੀ ਸੀਗਾ, ਗ੍ਰੀਨਿਸ਼ ਜਿਹੜਾ ਸੀ ਉਹ ਬਰਾਊਨਿਸ਼ ਸੀਗਾ, ਬਰਾਊਨ ਜਿਹਾ ਡਾਰਕ ਜਿਹਾ ਲੈਂਡਸਕੇਪ ਪਿੱਛੇ ਕ੍ਰੀਏਟ ਕੀਤਾ ਸੀ। ਆਈ ਵਾਸ ਵੈਰੀ ਮਚ ਫੈਸੀਨੇਟਡ, ਯਾਰ ਬੰਦੇ ਨੇ ਕਮਾਲ ਕੀਤੀ ਆ, ਕੀ ਕੀਤੀ ਆ। ਉਹ ਪੇਂਟਿੰਗ ਨੂੰ ਆਫਸੈਟ ਕਰਦੀ ਆ, ਉਹ ਪੇਂਟਿੰਗ ਨੂੰ ਆਫਸੈਟ ਕਰਦੀ ਆ, ਉਹਦਾ ਜਿਹੜਾ 3 ਡਾਇਮੈਂਸ਼ਨਲ ਤੇ ਉਹਦਾ ਜਿਹੜਾ ਉਹ ਸਾਰਾ ਕੁਝ ਉਹਦੇ ਵਿੱਚ ਬਣਾਉਂਦਾ। ਦੂਜੀ ਗੱਲ ਇਹ ਹੈਗੀ ਆ ਕਿ ਜਦੋਂ ਪੇਂਟਿੰਗ ਦੇ ਬਾਰੇ ਜਦੋਂ ਅਸੀਂ ਬਿਨਾਂ ਕਿਸੇ ਹੋਰ ਬੰਦੇ ਦੇ ਐਨਾਲਿਸਿਸ ਤੋਂ ਜਾਂ ਉਹਨਾਂ ਦੀਆਂ ਰਾਈਟਿੰਗ ਪੜ੍ਹਨ ਤੋਂ ਪਹਿਲਾਂ ਅਗਰ ਪੇਂਟਿੰਗ ਦੇਖਦੇ ਹਾਂ ਤਾਂ ਟੋਟਲੀ ਡਿਫਰੈਂਟ ਹੈ। ਲੇਕਿਨ ਜਦੋਂ ਅਸੀਂ ਕਿਤਾਬਾਂ 'ਚ ਪੜ੍ਹ ਲੈਂਦੇ ਹਾਂ ਪੇਂਟਿੰਗ ਬਾਰੇ, ਫਿਰ ਤੁਹਾਡੇ ਖਿਆਲ ਜਿਹੜੇ ਨਾ ਕਈ ਵਾਰੀ ਪ੍ਰਭਾਵਿਤ ਹੁੰਦੇ ਆ ਲੋਕਾਂ ਤੋਂ, ਬਦਲਣੇ ਸ਼ੁਰੂ ਹੁੰਦੇ ਆ। ਓਰੀਜਨੈਲਿਟੀ ਨਹੀਂ ਰਹਿੰਦੀ ਉਹਦੇ 'ਚ, ਤੁਹਾਡਾ ਆਪਣਾ ਜਿਹੜਾ ਐਕਸਪੀਰੀਅੰਸ ਹੈ ਉਹ ਘੱਟ ਹੁੰਦਾ, ਲੋਕਾਂ ਦਾ ਐਡ ਹੋ ਜਾਂਦਾ, ਵਰਜਨ ਐਕਸਪੀਰੀਅੰਸ ਨਹੀਂ ਰਹਿੰਦਾ। ਤੇ ਜਿਹੜੇ ਸਮਾਈਲ ਵਾਲੀ ਗੱਲ ਹੈ, ਮੈਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਵੀ ਕੁਛ ਲੋਕਾਂ ਨੇ ਲਿਖਿਆ ਸੀਗਾ ਕਿ ਉਹਦਾ ਆਪਣਾ ਪੋਰਟਰੇਟ ਸੀਗਾ, ਉਹਨੇ ਮੁੱਛਾਂ ਜਿਹੜੀਆਂ ਨਹੀਂ ਕੀਤੀਆਂ ਤੇ ਉਹ ਲੱਗਦਾ ਸੀਗਾ, ਜਾਂ ਜਿਹੜੀ ਉਹਦੀ ਸਮਾਈਲ ਹੈ। ਮੈਂ ਹੈਰਾਨ ਹੁੰਦਾ ਸੀ, ਮੈਨੂੰ ਤਾਂ ਲੱਗਿਆ ਨਹੀਂ ਯਾਰ ਕਦੇ ਕਿ ਵੀ ਉਹ ਕਿਸੇ ਵੇਲੇ ਸੈਡ ਹੋ ਰਹੀ ਹੈ ਪੇਂਟਿੰਗ, ਕਦੇ ਕਿਸੇ ਵੇਲੇ ਉਹ ਲੇਡੀ ਜਿਹੜੀ ਹੈਗੀ ਆ ਖੁਸ਼ ਦਿਖ ਰਹੀ ਹੈ। ਪਰ ਮੈਂ ਬੜਾ ਕਨਫਿਊਜ਼ ਸੀਗਾ ਓਨੈਸਟਲੀ ਟਾਕਿੰਗ ਟੂ ਯੂ ਕਿ ਯਾਰ ਐਡੀ ਕਿਹੜੀ ਗੱਲ ਹੈ ਪੇਂਟਿੰਗ 'ਚ। ਲੇਕਿਨ ਟਾਈਮ ਦੇ ਨਾਲ ਜਦੋਂ ਤੁਸੀਂ ਦੁਬਾਰਾ ਦੇਖਿਆ, ਤੀਜੀ ਵਾਰ ਜਾ ਕੇ ਮੈਂ ਦੇਖਿਆ ਪੇਂਟਿੰਗ ਨੂੰ, ਮਹਿਸੂਸ ਕੀਤਾ। ਤੇ ਜਾਂ ਇਹ ਵੀ ਹੁੰਦਾ ਕਿ ਜਦੋਂ ਤੁਹਾਨੂੰ ਕੋਈ ਗੁਰੂ ਮੰਤਰ ਦੇ ਦੇਵੇ ਨਾ, ਦੱਸ ਦੇਵੇ, ਜਿੱਦਾਂ ਸਪਿਰਿਚੁਅਲਿਟੀ ਦੀ ਗੱਲ ਹੈ ਕਿ ਤੁਹਾਡੇ ਸਾਹਮਣੇ ਸਾਕਸ਼ਾਤ ਕੋਈ ਚੀਜ਼ ਖੜੀ ਹੈ, ਤੁਹਾਨੂੰ ਨਹੀਂ ਪਤਾ ਲੱਗਦਾ। ਲੇਕਿਨ ਜਦੋਂ ਤੁਹਾਡੀ ਕਿਸੇ ਨੇ ਇੰਟਰੋਡਕਸ਼ਨ ਬਣਾਈ ਹੁੰਦੀ ਕਿ ਫਲਾਣੀ ਚੀਜ਼ ਇੱਦਾਂ ਦੀ ਹੈ ਨਾ, ਤੇ ਉਦੋਂ ਤੁਹਾਨੂੰ ਉਹ ਮਹਿਸੂਸ ਹੋਣਾ ਤੁਹਾਡਾ, ਕਿਉਂਕਿ ਸਾਡਾ ਬ੍ਰੇਨ ਉਹਦਾ ਵਰਕ ਕਰਨਾ ਸ਼ੁਰੂ ਕਰ ਦਿੰਦਾ, ਸਬਕੌਂਸ਼ੀਅਸ ਮਾਈਂਡ 'ਚ ਰਜਿਸਟ੍ਰੇਸ਼ਨ ਹੋ ਜਾਂਦੀ ਹੈ। ਰਜਿਸਟ੍ਰੇਸ਼ਨ, ਕਿਉਂਕਿ ਸਾਡੇ ਬ੍ਰੇਨ ਦਾ ਜਿਹੜਾ ਸੋਚਣ ਦਾ ਢੰਗ ਹੈ ਨਾ, ਉਹ ਉੱਦਾਂ ਦਾ ਹੀ ਹੁੰਦਾ ਕਿ ਅਸੀਂ ਇਮੇਜ ਬਾਈ ਇਮੇਜ, ਗੱਲ ਬਾਈ ਗੱਲ ਜਿਹੜਾ ਹੈਗਾ, ਫਰੇਮ ਬਾਈ ਫਰੇਮ ਸੋਚਦੇ ਹਾਂ, ਰਜਿਸਟਰ ਕਰਦੇ ਹਾਂ। ਬਿਲਕੁਲ ਸਹੀ। ਤੇ ਉਹ ਮੈਨੂੰ ਫਿਰ ਹੱਸਦੀ ਵੀ ਲੱਗੀ, ਸੈਡ ਵੀ ਲੱਗੀ। ਤੇ ਲੇਕਿਨ ਫਿਰ ਵੀ ਇਹ ਹੈਗਾ ਕਿ ਮੇਰਾ ਜਿਹੜਾ ਵਰਜਨ ਐਕਸਪੀਰੀਅੰਸ ਸੀਗਾ, ਸਪਿਰਿਚੁਅਲ ਟਾਈਪ ਦਾ ਐਕਸਪੀਰੀਅੰਸ ਸੀਗਾ, ਮੈਨੂੰ ਉਹ ਜ਼ਿਆਦਾ ਫੈਸੀਨੇਟ ਕਰਦਾ। ਕਿ ਵੀ ਮੈਂ ਕਈ ਵਾਰੀ ਦੇਖਦਾ ਹੋਰ ਬੜੇ ਮਾਸਟਰ ਪੇਂਟਰ ਨੇ ਜਿਨ੍ਹਾਂ ਨੇ ਹੋਰ ਬੜੇ ਪੋਰਟਰੇਟ ਕੀਤੇ, ਮੈਨੂੰ ਕਈ ਪੋਰਟਰੇਟ ਜਿਹੜੇ ਨੇ ਉਹ ਇੰਨੇ ਜ਼ਿਆਦਾ ਵਧੀਆ ਲੱਗਦੇ ਆ ਔਰ ਲਾਈਵਲੀ ਲੱਗਦੇ ਆ ਕਿ ਲੱਗਦਾ ਕਿ ਇਹ ਮੇਰੇ ਨਾਲ ਗੱਲ ਕਰ ਰਹੀ ਹੈ। ਸ਼ੁਰੂਆਤ ਦੇ ਵਿੱਚ ਮੇਰੇ ਨਾਲ ਮੋਨਾਲੀਜ਼ਾ ਨੇ ਗੱਲ ਨਹੀਂ ਕੀਤੀ, ਠੀਕ ਹੈ ਜੀ, ਹੋਰ ਬੜੇ ਪੇਂਟਰ ਨੇ ਜਿਹਨਾਂ ਦੀਆਂ ਪੇਂਟਿੰਗ ਡਾਇਰੈਕਟਲੀ ਗੱਲ ਕਰਦੀਆਂ ਸੀ, ਹੈ ਨਾ। ਇਹ ਡਿਪੈਂਡ ਕਰਦਾ ਤੁਹਾਡਾ ਆਪਣਾ ਅੰਦਰ ਕੀ ਚੱਲ ਰਿਹਾ ਹੈ, ਨਜ਼ਰੀਆ ਜਿਹੜਾ, ਬਟ ਇਟਸ ਅ ਵੰਡਰਫੁਲ ਪੀਸ ਆਫ। ਹਾਂਜੀ। ਅੱਜ ਕੱਲ੍ਹ ਵੈਸੇ ਜਸਵੰਤ ਜੀ ਤੁਸੀਂ ਵੀ ਨੋਟ ਕੀਤਾ ਹੋਣਾ ਕਿ ਅੱਜ ਕੱਲ੍ਹ ਇੱਕ ਸਨੋਬਰੀ ਜੀ ਬਣ ਗਈ ਹੈ, ਇੱਕ ਅਫੈਕਟੇਸ਼ਨ ਜੀ ਬਣ ਗਈ ਹੈ ਕਿ ਕੋਈ ਐਗਜ਼ੀਬਿਸ਼ਨ ਤੇ ਜਾਂਦਾ, ਆਈ ਆਲਸੋ ਵੈਂਟ ਦੇਅਰ, ਹਾਂਜੀ। ਤੇ ਉਹਦੀ ਜਿਸ ਤਰ੍ਹਾਂ ਇੱਥੇ ਆਪਣੇ ਟੋਰਾਂਟੋ ਦੇ ਡਾਊਨਟਾਊਨ ਵਿੱਚ ਵੈਨ ਗੋਗ ਦੀ ਪੇਂਟਿੰਗ ਦੀ ਐਗਜ਼ੀਬਿਸ਼ਨ ਹੋਈ ਸੀ, ਤੇ ਉਹਦੇ ਵਿੱਚ ਇੱਕ ਚੇਅਰ ਜਿਹੜੀ ਆ ਉਹਦੀ ਪੇਂਟਿੰਗ ਸੀ ਜਿਹਦੇ ਵਿੱਚ ਉਸ ਵਿੱਚ ਸ਼ੂਜ਼ ਦਿਖਾਏ ਆ ਵੈਨ ਗੋਗ ਨੇ, ਔਰ ਚਾਰੇ ਲੱਤਾਂ ਕੁਰਸੀ ਦੀਆਂ ਦਿਖਾ ਲਈਆਂ ਆ, ਔਰ ਕਹਿ ਸਕਦੇ ਹਾਂ ਕਿ ਕਿਊਬਿਜ਼ਮ ਦਾ ਐਕਸਪੈਰੀਮੈਂਟ ਸੀ, ਉਦੋਂ ਐਕਸਪੈਰੀਮੈਂਟ ਹੋ ਰਹੇ ਸੀ ਕਿਊਬਿਜ਼ਮ ਦੇ ਨਾਲ। ਡਿਫਰੈਂਟ ਜਿਹੜੇ ਰੋਨਾਲਡੋ ਡਾ ਵਿੰਚੀ ਲੈ ਲਓ, ਮਾਈਕਲ ਐਂਜਲੋ ਲੈ ਲਓ, ਵੈਨ ਗੋਗ ਲੈ ਲਓ, ਇਹਨਾਂ ਦੇ ਜੋ ਇੰਪ੍ਰੈਸ਼ਨਿਸਟਿਕ ਟੈਕਨੀਕ ਸੀ, ਸਰੀਅਲਿਸਟਿਕ ਟੈਕਨੀਕ ਸੀ, ਇਹ ਵੱਖਰੀਆਂ ਟੈਕਨੀਕਸ ਦੇ ਨਾਲ ਨਾ ਦੇ ਯੂਜ਼ ਟੂ ਪਲੇ ਵਿਦ them, they used to do experiments। ਬਿਲਕੁਲ ਠੀਕ ਹੈ ਜੀ। ਉਹ ਜਿਹੜੇ ਐਕਸਪੈਰੀਮੈਂਟ ਸੀ, ਵੈਸੇ ਤਾਂ ਗੱਲ ਇੰਨੀ ਇਹਦੇ ਨਾਲ ਢੁਕਵੀਂ ਤਾਂ ਨਹੀਂ, ਪਰ ਢੁਕਵੀਂ ਜ਼ਰੂਰ ਆ, ਉਹ ਲਿਟਰੇਚਰ ਦੇ ਵਿੱਚ ਵੀ ਇਹਦਾ ਅਸਰ ਸੀ। ਦੇਖੋ ਪੇਂਟਿੰਗ, ਇਹ ਸਾਰਾ ਕੁਝ ਜਿਹੜਾ ਹੈਗਾ ਨਾ, ਦੇਖੋ ਜਦੋਂ ਰੈਨੇਸਾਂ ਦੀ ਗੱਲ ਕਰ ਰਹੇ ਹਾਂ, ਜਾਂ ਫਿਰ ਜਦੋਂ ਅਸੀਂ ਮਾਈਕਲ ਐਂਜਲੋ ਦੀ ਗੱਲ ਕਰ ਰਹੇ ਹਾਂ, ਜਦੋਂ ਸਿਸਟੈਨ ਚੈਪਲ ਉਹ ਪੇਂਟ ਕਰ ਰਿਹਾ, ਉਸ ਟਾਈਮ ਦਾ ਲਿਟਰੇਚਰ ਦੇਖ ਲਓ। ਜਦੋਂ ਡਿਵਿੰਚੀ ਕੰਮ ਕਰ ਰਿਹਾ, ਉਸ ਟਾਈਮ ਦਾ ਲਿਟਰੇਚਰ ਦੇਖ ਲਓ ਤੁਸੀਂ। ਕਿਊਬਿਸਟ ਜਿਹੜੇ ਜਦੋਂ ਗੱਲ ਕਰ ਰਹੇ ਸੀਗੇ ਪੈਰਿਸ ਦੇ ਵਿੱਚ, ਹੈ ਨਾ, ਚਾਹੇ ਉਹ ਮਾਨੇ ਸੀ, ਮੋਨੇ ਸੀ, ਸੀਜ਼ਾ ਸੀ, ਹੈ ਨਾ, ਇਹ ਜਿਹੜੇ ਇਕੱਠੇ ਸੀ। ਉਸ ਤੋਂ ਬਾਅਦ ਜੇ ਕਹਿ ਲਓ ਕਿ ਵੀ ਗੋਗਾ ਨੇ ਕੰਮ ਕੀਤਾ, ਜਾਂ ਫਿਰ ਜਿਹੜਾ ਕਿ ਜਿਹਨੂੰ ਬੜਾ ਵੱਡਾ ਬਾਪੂ ਕਿਹਾ ਜਾਂਦਾ, ਤੇ ਕਈ ਵਾਰੀ ਤਾਂ ਉਹ ਆਪਣੇ ਆਪ ਨੂੰ ਵੀ ਕਹਿੰਦਾ ਕਿ ਆਮ ਆ ਫਰਾਡ ਪੇਂਟਰ, ਉਹ ਬੜਾ ਕਮਾਲ ਦਾ, ਜਿਹਨੂੰ ਅਸੀਂ ਪਿਕਾਸੋ ਦੀ ਗੱਲ ਕਰ ਰਿਹਾ ਮੈਂ, ਕਿ ਉਹ ਬੜਾ ਬਲੰਟ ਬੰਦਾ ਸੀਗਾ ਜਦੋਂ ਉਹਨੇ ਕੰਮ ਕੀਤੇ ਨੇ। ਉਸ ਟਾਈਮ ਦਾ ਲਿਟਰੇਚਰ ਦੇਖ ਲਓ, ਉਹ ਵੀ ਜਿਹੜਾ ਹੈਗਾ ਨਾ, ਕਿਉਂਕਿ ਉਸ ਟਾਈਮ ਦੀ ਜਿਹੜਾ ਕਹਿ ਲਓ ਕਿ ਔਰਾ ਹੁੰਦਾ, ਜਿਹੜੀ ਐਨਰਜੀ ਹੁੰਦੀ ਹੈ ਨਾ ਏਅਰ ਦੇ ਵਿੱਚ ਉਸ ਟਾਈਮ ਦੇ ਉੱਤੇ, ਉਹ ਸਾਰੇ ਦੇਖੋ ਐਕਸਪ੍ਰੈਸ਼ਨ ਜਿਹੜਾ ਹੈ ਨਾ, ਉਹ ਤਾਂ ਹਰ ਇੱਕ ਚੀਜ਼ ਦੇ ਵਿੱਚ, ਉਦੋਂ ਦੇ ਮਿਊਜ਼ਿਕ ਦੇ ਵਿੱਚ ਵੀ ਪ੍ਰਭਾਵ ਹੋਏਗਾ ਉਸ ਵੇਲੇ, ਉੱਦਾਂ ਦਾ ਹੋਏਗਾ ਲਿਟਰੇਚਰ ਦੇ ਵਿੱਚ, ਉੱਦਾਂ ਦਾ ਪੋਇਟਰੀ ਕਰ ਰਿਹਾ ਹੋਏਗਾ ਬੰਦਾ ਤਾਂ,
ਕਿਉਂਕਿ ਸਾਡਾ ਆਲਾ ਦੁਆਲਾ ਹੀ ਸਾਨੂੰ ਪ੍ਰਭਾਵਿਤ ਕਰਦਾ ਹੈ। ਬਿਲਕੁਲ ਸਹੀ ਹੈ ਨਾ, ਤੇ ਉਹ ਸਾਡੀਆਂ ਕਿਰਤਾਂ ਦੇ ਵਿੱਚ ਨਜ਼ਰ ਆਉਣਾ, ਅੱਛੀ ਕਿਰਤ ਵਿੱਚ ਨਜ਼ਰ ਆਉਣਾ ਜ਼ਰੂਰੀ ਹੁੰਦਾ। ਹਾਂਜੀ ਹਾਂਜੀ, ਇਸੇ ਲਈ ਨਾ ਸਰੀਅਲਿਜ਼ਮ ਹੋਇਆ, ਐਕਸਪ੍ਰੈਸ਼ਨਿਜ਼ਮ ਹੋਇਆ ਜੀ, ਉਹ ਲਿਟਰੇਚਰ ਵਿੱਚ ਵੀ ਇਸੇ ਤਰੀਕੇ ਨਾਲ ਸਥਾਪਿਤ ਹੋ ਗਿਆ। ਤੇ ਉਹਦੇ ਵਿੱਚ ਜਿਹੜੇ ਰਾਈਟਰਸ ਆ ਉਹ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਪੇਂਟਰਸ ਨੂੰ ਨਕਲ ਕਰਨ ਲੱਗ ਪਏ, ਔਰ ਨਾ ਹੀ ਅਸੀਂ ਕਹਿ ਸਕਦੇ ਕਿ ਪੇਂਟਰਸ ਰਾਈਟਰਸ ਦੀ ਨਕਲ ਕਰਨ ਲੱਗ ਪਏ। ਉਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੰਟੈਂਪਰੇਰੀ ਔਰਾ ਹੋ ਜਾਂਦਾ। ਬਿਲਕੁਲ ਬਿਲਕੁਲ। ਤੇ ਉਹ ਔਰਾ ਹੈ ਜਿਹੜਾ ਉਹਨੂੰ T.S. ਐਲੀਅਟ ਨੇ ਬੜੇ ਸੈਟੀਰੀਕਲੀ ਵੈਸੇ ਲਿਖਿਆ ਵੇਸਟਲੈਂਡ ਦੇ ਵਿੱਚ ਕਿ ਇਨ ਦਾ ਰੂਮ ਦਾ ਵਿਮਨ ਕਮ ਐਂਡ ਗੋ ਟਾਕਿੰਗ ਆਫ ਮਾਈਕਲ ਐਂਜਲੋ। ਮਤਲਬ ਕਹਿੰਦਾ ਕਿ ਵਿਮਨ ਆਉਂਦੀਆਂ ਰੂਮ ਦੇ ਵਿੱਚ, ਉਹ ਗੱਲ ਕਰ ਰਹੀਆਂ ਕਿ ਮਾਈਕਲ ਐਂਜਲੋ, ਬਿਲਕੁਲ ਐਜ਼ ਇਫ ਦੇ ਨੋ ਮਾਈਕਲ ਐਂਜਲੋ। ਤੇ ਇਸੇ ਤਰ੍ਹਾਂ ਦੀ ਸਨੋਬਰੀ ਜਿਹੜੀ ਹੈ, ਉਹ ਅਫੈਕਟੇਸ਼ਨ ਆ, ਉਹ ਅੱਜ ਕੱਲ੍ਹ ਵੀ ਕਈ ਵਾਰੀ ਨਜ਼ਰ ਆਉਂਦੀ ਹੈ। ਬਿਲਕੁਲ ਨਜ਼ਰ ਆਉਂਦੀ ਹੈ ਜੀ। ਹਾਂਜੀ, ਤੁਹਾਡਾ ਕੀ ਵਿਚਾਰ ਹੈ ਜੀ? ਬਿਲਕੁਲ, ਇਹ ਹੋਣਾ ਜ਼ਰੂਰੀ ਹੁੰਦਾ ਜੀ, ਇਹ ਸੁਭਾਵਿਕ ਹੈ। ਹਾਂਜੀ, ਆਰਟ ਦੇ ਵਿੱਚ ਨਾ, ਜੇ ਦੇਖੋ ਕਈ ਵਾਰੀ ਇੱਦਾਂ ਹੁੰਦਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਕੰਮ ਕਰ ਰਹੇ ਹੁੰਦੇ ਨੇ, ਕਈ ਵਾਰੀ ਇੱਦਾਂ ਵੀ ਹੁੰਦਾ ਹੈ ਕਿ ਇੱਕ ਬੰਦਾ ਪੈਰਿਸ ਵਿੱਚ ਕੰਮ ਕਰ ਰਿਹਾ, ਇੱਕ ਬੰਦਾ ਨਿਊਯਾਰਕ 'ਚ ਕੰਮ ਕਰ ਰਿਹਾ, ਇੱਕ ਬੰਦਾ ਇੰਗਲੈਂਡ ਬੈਠਾ, ਇੱਕ ਬੰਦਾ ਦਿੱਲੀ ਬੈਠਾ। ਕਈ ਵਾਰੀ ਅਸੀਂ ਸੋਚਦੇ ਯਾਰ ਇਹ ਇੱਕੋ ਜਿਹਾ ਹੀ ਕੰਮ ਕਰੀ ਜਾਂਦੇ, ਇਹ ਕੀ ਕਹਾਣੀ ਹੈ। ਅੱਛਾ, ਹੁਣ ਤਾਂ ਕਹਿ ਲਓ ਕਿ ਅਸੀਂ ਬਹੁਤ ਸਾਰਾ ਕੁਝ ਦੇਖ ਲੈਂਦੇ ਹਾਂ, YouTube ਦੇਖ ਲੈਂਦੇ ਹਾਂ, ਫਿਲਮਾਂ ਬਣ ਗਈਆਂ, ਹੋਰ ਬਹੁਤ ਸਾਰਾ ਕੁਝ ਬਣ ਗਿਆ। ਲੇਕਿਨ ਜਦੋਂ ਕਮਿਊਨੀਕੇਸ਼ਨ ਦੇ ਸਾਧਨ ਇੰਨੇ ਵਧੀਆ ਨਹੀਂ ਸੀਗੇ, ਉਦੋਂ ਜਿਹੜੀ ਇਹ ਗੱਲ ਹੋ ਰਹੀ ਸੀ, ਦੈਟ ਮੀਨਸ ਕਿ ਜਿਹੜਾ ਯੂਨੀਵਰਸਲ ਥਾਟ ਹੈ ਸਾਡਾ, ਕਿਉਂਕਿ ਸਾਡਾ ਬ੍ਰੇਨ ਜਿਹੜਾ ਹੈ ਨਾ, ਇਹ ਅਸੀਂ ਕਨੈਕਟਡ ਹੈ ਇੱਕ ਖਾਸ ਐਨਰਜੀ ਦੇ ਨਾਲ। ਯੂਨੀਵਰਸਲੀ ਅਸੀਂ ਇੱਕ ਜਿਹੜਾ ਕਿ ਹਾਇਰ ਸੈਲਫ ਨਾਲ ਅਸੀਂ ਕਨੈਕਟਡ ਹੈ। ਸਾਡਾ ਜਿਹੜਾ ਸਾਡਾ ਰੇਡੀਓ ਹੈ ਜਾਂ ਸਾਡਾ TV ਹੈ, ਸਾਡਾ ਐਂਟੀਨਾ, ਕਿੰਨਾ ਕੁ ਸਾਡਾ ਐਂਟੀਨਾ ਕਨੈਕਟਡ ਹੈਗਾ ਅਸੀਂ ਉਸ ਯੂਨੀਵਰਸ ਨਾਲ, ਇਸ 'ਤੇ ਡਿਪੈਂਡ ਕਰਦਾ। ਬਹੁਤ ਸਾਰੇ ਲੋਕ ਜਿੱਦਾਂ ਟੈਲੀਪੈਥੀ ਅਤੇ ਹੋਰ ਸਾਰਾ ਕੁਛ ਹੈ, ਜਿਹੜਾ ਕ੍ਰੀਏਟਿਵ ਪ੍ਰੋਸੈਸ ਹੈ ਨਾ, ਇਹ ਮਾਈਂਡਸ ਦੇ ਵਿੱਚ ਇਹ ਲੋਕਾਂ ਦੇ ਇੱਕੋ ਟਾਈਮ 'ਤੇ ਆ ਰਿਹਾ ਹੁੰਦਾ। ਜਿੱਦਾਂ ਅਸੀਂ ਸਾਇੰਸ ਵਿੱਚ ਵੀ ਦੇਖਦੇ ਹਾਂ ਕਿ ਬਹੁਤ ਸਾਰੇ ਬੰਦਿਆਂ ਨੇ ਬਲਬ ਕਿਸੇ ਨੇ ਬਣਾਇਆ, ਥਾਟ ਕਹਿੰਦੇ ਕਿਸੇ ਦਾ ਸੀਗਾ। ਟੈਸਲਾ ਨੇ ਜਿਹੜੀਆਂ ਇਨਵੈਂਸ਼ਨਸ ਕੀਤੀਆਂ ਉਸ ਵੇਲੇ, ਉਹਦਾ ਨਾਮ ਨਹੀਂ ਹੋਇਆ, ਕਿਸੇ ਹੋਰ ਬੰਦੇ ਨੇ ਰਜਿਸਟਰ ਕਰਵਾਈਆਂ। ਸਾਡਾ ਇਹਦੇ ਵਿੱਚ ਆਪਣੇ ਲਿਟਰੇਚਰ ਵਿੱਚ ਵੀ ਇਹੀ ਕੁਛ ਹੁੰਦਾ ਹੈ ਕਿ ਉਹ ਫਲਾਣਾ ਥਾਟ ਜਿਹੜਾ ਸੀਗਾ, ਉਸ ਥਾਟ 'ਤੇ ਲਿਖਿਆ ਫਲਾਣੇ ਬੰਦੇ ਨਹੀਂ ਸੀ, ਲੇਕਿਨ ਜਦੋਂ ਕਿਤਾਬਾਂ ਜਦੋਂ ਛਪਿਆ, ਜਦੋਂ ਪਬਲਿਸ਼ ਹੋਇਆ, ਉਸ ਤੋਂ ਬਾਅਦ ਫਲਾਣੇ ਬੰਦੇ ਦਾ ਨਾਮ ਆਇਆ। ਹਾਂਜੀ, ਜਿਸ ਤਰ੍ਹਾਂ ਹੈਨਰੀ ਜੇਮਸ ਕਹਿ ਸਕਦੇ ਹਾਂ ਲਿਟਰੇਚਰ ਦੇ ਵਿੱਚ, ਵਰਜੀਨੀਆ ਵੂਲਫ ਕਹਿ ਸਕਦੇ ਹਾਂ, ਬਿਲਕੁਲ, ਜਿਹਨਾਂ ਨੇ ਸਟ੍ਰੀਮ ਆਫ ਕੌਨਸ਼ੀਅਸਨੈਸ ਟੈਕਨੀਕ ਨੂੰ ਐਕਸਪੈਰੀਮੈਂਟ ਕੀਤਾ। ਬਿਲਕੁਲ ਬਿਲਕੁਲ ਜੀ। ਇੱਕ ਤੁਸੀਂ ਅਜੰਤਾ ਐਲੋਰਾ ਇੰਡੀਆ ਦੇ ਵਿੱਚ ਗੁਫਾਵਾਂ ਜੀ, ਇੱਕ ਬੜੀਆਂ ਮਸ਼ਹੂਰ ਗੁਫਾਵਾਂ ਜੀ, ਮੈਨੂੰ ਦੇਖਣ ਦਾ ਉੱਥੇ ਮੌਕਾ ਮਿਲਿਆ ਸੀ। ਬਹੁਤ ਸਾਲ ਹੋ ਗਏ ਜੀ। ਤੇ ਮੈਂ ਉਹਨਾਂ ਨੂੰ ਅਜੰਤਾ ਐਲੋਰਾ ਦੀਆਂ ਜਿਹੜੀਆਂ ਗੁਫਾਵਾਂ ਜੀ, ਉਹਨਾਂ ਨੂੰ ਮੈਂ ਚਲੋ ਚੰਗੇ ਢੰਗ ਦੇ ਨਾਲ ਤਾਂ ਉਹਨਾਂ ਨੇ ਨਹੀਂ ਅਰੇਂਜ ਕੀਤੀਆਂ ਹੋਈਆਂ ਜੀ, ਪਰ ਇਹ ਚੰਗੇ ਢੰਗ ਨਾਲ ਮਤਲਬ ਸਾਂਭੀਆਂ ਨਹੀਂ ਹੋਈਆਂ ਜੀ। ਤੇ ਪਰ ਜੋ ਮੈਂ ਦੇਖਿਆ ਕਿ ਉਹ ਇੱਕ ਬੁੱਧਿਜ਼ਮ ਦਾ ਪ੍ਰੋਪੇਗੈਂਡਾ ਹੈ ਮੇਰੇ ਮੁਤਾਬਕ। ਅੱਛਾ, ਕਿ ਜੇ ਉਹ ਬੁੱਧਿਜ਼ਮ ਦਾ ਪ੍ਰੋਪੇਗੈਂਡਾ ਹੈਗਾ ਜੀ, ਤੇ ਤੁਸੀਂ ਕੀ ਮਹਿਸੂਸ ਕਰਦੇ ਆ ਕਿ ਕਿਸੇ ਵੀ ਪੇਂਟਿੰਗ ਨੂੰ, ਹਾਂਜੀ, ਕਿਸੇ ਵੀ ਕਰੈਡੋ ਦਾ ਜੀ, ਕਿਸੇ ਵੀ ਕਰੀਡ ਦਾ ਜੀ ਪ੍ਰੋਪੇਗੈਂਡਾ ਹੀ ਬਣ ਕੇ ਰਹਿ ਜਾਣਾ ਚਾਹੀਦਾ? ਵੈਲ ਪਲਨ ਸਾਹਿਬ, ਜੇ ਮੈਂ ਤੁਹਾਡੇ ਸਵਾਲ 'ਤੇ ਥੋੜ੍ਹੀ ਜਿਹੀ ਜਿਹੜਾ ਆਪਣੇ ਢੰਗ ਨਾਲ ਸੋਚਣ ਦੀ ਕੋਸ਼ਿਸ਼ ਕਰਾਂ, ਕਿ ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਹੈ ਬੁੱਧ ਬਾਰੇ, ਪ੍ਰੋਪੇਗੈਂਡਾ, ਹੈ ਨਾ। ਮੇਰੇ ਮੁਤਾਬਕ ਉਹ ਪ੍ਰੋਪੇਗੈਂਡਾ ਨਹੀਂ ਹੋ ਸਕਦਾ। ਠੀਕ ਹੈ, ਹੋ ਸਕਦਾ ਤੁਹਾਡੇ ਮੁਤਾਬਕ ਉਹ ਪ੍ਰੋਪੇਗੈਂਡਾ ਹੋਵੇ, ਲੇਕਿਨ ਮੈਂ ਸੋਚਦਾ ਕੋਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਕਿ ਜਦੋਂ ਅਜੰਤਾ ਐਲੋਰਾ ਵਿੱਚ ਕੰਮ ਹੋ ਰਿਹਾ ਸੀ, ਕਹਿ ਲਓ ਕਿ ਜਦੋਂ ਇੱਕ ਪੂਰੇ ਵੱਡੇ ਪਹਾੜ ਨੂੰ, ਇੱਕ ਪੱਥਰ ਨੂੰ ਕੱਟ ਕੇ, ਉਹ ਇੱਕ ਦੁਨੀਆ ਦਾ ਅਜੂਬਾ ਸਮਝਦਾ ਮੈਂ ਉਸਨੂੰ, ਇੱਕ ਪੱਥਰ ਨੂੰ ਕੱਟ ਕੇ ਉਹਦੇ ਅੰਦਰ ਮੰਦਰ ਬਣਾਉਣੇ, ਮੰਦਰਾਂ ਵਿੱਚ ਮੂਰਤੀਆਂ ਬਣਾਉਣੀਆਂ, ਉਹਦੇ ਵਿੱਚ ਜਿਹੜਾ ਗਰਭ ਗ੍ਰਹਿ ਕਿੱਥੇ ਜਾ ਕੇ ਬਣਾਉਣਾ, ਉਹਦੇ ਇੱਕ ਖਾਸ ਜਗ੍ਹਾ ਦੇ ਉੱਤੇ, ਮੂਰਤੀ ਦੇ ਉੱਤੇ ਜਦੋਂ ਸੂਰਜ ਚੜ੍ਹਦਾ ਉਦੋਂ ਇੱਕ ਖਾਸ ਜਗ੍ਹਾ 'ਤੇ ਪਹਿਲੀ ਕਿਰਨ ਪੈਂਦੀ ਹੈ ਨਾ। ਉਹ ਇੰਨੀ ਵੱਡੀ ਟੈਕਨੀਕ, ਕੁਛ ਲੋਕ ਤਾਂ ਇਹ ਵੀ ਅੱਜ ਕੱਲ੍ਹ YouTube 'ਤੇ ਵੀਡੀਓ ਆਉਂਦਾ, ਕਹਿੰਦੇ ਜੀ ਇਹ ਬੰਦਿਆਂ ਨੇ ਬਣਾਈਆਂ ਨਹੀਂ, ਏਲੀਅਨਸ ਨੇ ਆ ਕੇ ਕਿਹਾ ਕਿ ਉਹ ਗੋਰੇ ਕੁਛ ਸੋਚ ਹੀ ਨਹੀਂ ਸਕਦਾ ਕਿ ਇੰਡੀਆ ਦੇ ਵਿੱਚ ਇੰਨੀ ਵੱਡੀ ਟੈਲੈਂਟ ਵੀ ਸੀਗੀ। ਹਾਂਜੀ ਹਾਂਜੀ, ਵੈਸੇ ਤਾਂ ਬੜੀ ਇਹਨਾਂ ਦੀ ਇੱਕ ਬਹੁਤ ਮੁਹਾਰਤ ਵੀ ਕਹੀ ਜਾ ਸਕਦੀ ਹੈ, ਔਰ ਬੜੀ ਅਚੀਵਮੈਂਟ ਆ ਵੀ ਕਿੰਨੇ ਸਾਲ ਲੱਗੇ ਹੋਣਗੇ, ਕਿਸ ਤਰੀਕੇ ਨਾਲ ਉਹਨਾਂ ਨੇ ਰੰਗ ਜਿਹੜੇ ਆ ਉਹਨਾਂ ਨੇ ਯੂਜ਼ ਕੀਤੇ ਆ,
ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਚੀਜ਼ ਦੀ ਆਪਾਂ ਟੈਬੂਜ਼ ਸਮਝਦੇ ਆ, ਹਾਂਜੀ ਹਾਂਜੀ, ਹੁਣ ਟੈਬੂ ਸਮਝਦੇ ਆ, ਉਦੋਂ ਵੀ ਉਹ ਟੈਬੂਜ਼ ਨਹੀਂ ਸੀ। ਬਿਲਕੁਲ ਬਿਲਕੁਲ। ਉਸ ਦੇ ਬਾਵਜੂਦ ਉਹਨਾਂ ਨੇ ਉਹ ਪੇਂਟਿੰਗ ਕੀਤੀਆਂ। ਚੱਕਰ ਇਹ ਹੈਗਾ ਉਹ ਨਾ ਦਰਅਸਲ ਪੇਂਟਰ ਨਹੀਂ ਸੀਗੇ ਉਹ ਬੰਦੇ, ਉਹ ਸਕਲਪਟਰ ਨਹੀਂ ਸੀਗੇ, ਉਹ ਮੰਕਸ ਸੀ, ਮੰਕਸ ਭਗਤ ਨੇ। ਹਾਂਜੀ ਮੰਕਸ, ਉਹ ਪ੍ਰੇਮ ਚ ਨੇ, ਬੁੱਧ ਦੇ ਪ੍ਰੇਮ ਚ ਨੇ, ਹੈ ਨਾ। ਉਹਨਾਂ ਨੂੰ ਕੋਈ ਨਹੀਂ ਪਤਾ ਕਿ ਵੀ ਆਰਟ ਦੀ ਕੀ ਵੈਲਿਊ ਹੋਏਗੀ ਜਾਂ ਨਹੀਂ ਵੈਲਿਊ, ਜੋ ਉਹਨਾਂ ਦੇ ਅੰਦਰ ਚੱਲ ਰਿਹਾ ਸੀ ਉਹ ਉਹਨਾਂ ਨੇ ਉੱਦਾਂ ਦਾ ਹੀ ਜਿਹੜਾ ਕਿ ਆਲੇ ਦੁਆਲੇ ਜੋ ਰੰਗ ਮਿਲਦੇ ਸੀ, ਜੋ ਪੱਥਰ ਮਿਲਦੇ ਸੀ, ਜੋ ਮਿਨਰਲਸ ਮਿਲਦੇ ਸੀ, ਉਹਨਾਂ ਨੂੰ ਕੋਟ ਕਾਟ ਕੇ ਉਹ ਉਹਨਾਂ ਦੇ ਰੰਗ ਬਣਾ ਰਹੇ ਸੀਗੇ। ਹਾਂਜੀ, ਜਿਹੜਾ ਮੂਰਤੀਕਾਰ ਹੈਗਾ ਉਹ ਚੀਜ਼ ਲੋਕਲ ਜੋ ਵੀ ਸੀਗਾ ਉਸ ਵੇਲੇ ਕੰਮ ਕਰ ਰਹੇ ਸੀ, ਲੇਕਿਨ ਉਹ ਇਹ ਸੋਚ ਕੇ ਬੰਦੇ ਕੰਮ ਨਹੀਂ ਸੀ ਕਰ ਰਹੇ ਕਿ ਬਈ ਅਸੀਂ ਕੋਈ ਬੜਾ ਗ੍ਰੇਟ ਕੰਮ ਕਰ ਰਹੇ ਹਾਂ, ਅਸੀਂ ਕੋਈ ਬੜਾ ਵੱਡਾ ਆਰਟ ਕ੍ਰੀਏਟ ਕਰ ਰਹੇ ਹਾਂ, ਅਸੀਂ ਕੋਈ ਟੈਂਪਲ ਆਰਕੀਟੈਕਚਰ ਕ੍ਰੀਏਟ ਕਰ ਰਹੇ ਹਾਂ। ਹਾਂਜੀ ਹਾਂਜੀ, ਤੇ ਵਰ ਇਨ ਲਵ। ਉਹਨਾਂ ਦੀ ਤਾਂ ਉਪਾਸਨਾ ਸੀ ਨਾ ਜੀ, ਉਹਨਾਂ ਦੀ ਇੱਕ ਭਗਤੀ ਸੀ, ਔਰ ਉਸ ਪਿਆਰ ਬਸ ਹੀ ਉਹ ਸਾਰਾ ਕੰਮ ਕਰੀ ਜਾਂਦੇ ਸੀ। ਔਰ ਕਮਾਲ ਦੀ ਗੱਲ ਇਹ ਹੈ ਕਿ ਆਰਟ ਹੈ ਹੀ ਭਗਤੀ। ਉਹ ਮੈਂ ਇਸੇ ਕਰਕੇ ਕਹਿੰਦਾ ਨਾ ਆਰਟ ਨਹੀਂ ਸੀ ਕਰ ਰਹੇ, ਉਹ ਤਾਂ ਰੱਬ ਦੇ ਰੰਗ ਵਿੱਚ ਸੀ, ਇਹ ਤਾਂ ਮੌਜ ਹੈ ਨਾ। ਠੀਕ ਹੈ ਜੀ। ਇਸੇ ਕਰਕੇ ਹੀ ਜਿਹੜਾ ਹੈਗਾ ਉਹ ਉਹਨਾਂ ਦੀ ਜਿਹੜੀ ਸੋਚ ਸੀਗੀ ਉਸ ਵੇਲੇ, ਉਹ ਟੈਕਨੀਕਲ ਇੰਨੇ ਕੁ ਗ੍ਰੇਟ ਮਾਸਟਰ ਨੇ, ਲੇਕਿਨ ਫਿਰ ਵੀ ਉਹਨਾਂ ਦੀ ਸੋਚ ਜਿਹੜੀ ਹੈ ਨਾ ਬੁੱਧ ਦੇ ਚਰਨਾਂ ਤੱਕ ਹੈ, ਬੁੱਧ ਥਾਟ ਤੱਕ ਹੈ। ਇਸੇ ਕਰਕੇ ਮੈਨੂੰ ਲੱਗਦਾ ਕਿ ਉਹ ਗ੍ਰੇਟ ਹੈ। ਉਹਨਾਂ ਦੇ ਕੰਮ, ਉਹਨਾਂ ਦੇ ਜਿਹੜੇ ਸਟ੍ਰੋਕ ਹੈ, ਉਹਨਾਂ ਦੀਆਂ ਜਿਹੜੀਆਂ ਲਾਈਨਾਂ ਨੇ ਆਰਕੀਟੈਕਚਰ ਦੀ ਜਾਂ ਅਸੀਂ ਸਕਲਪਚਰ ਦੀ ਗੱਲ ਕਰੀਏ ਤਾਂ ਕਮਾਲ ਤਾਂ ਹੈ ਹੀ ਹੈ। ਮੀ ਐਜ਼ ਅ ਪੇਂਟਰ ਜਦੋਂ ਦੇਖਦਾ ਕਿ ਉਹਨਾਂ ਦਾ ਜਿਹੜਾ ਕੰਮ ਹੈ ਨਾ, ਉਹ ਵਾਹ ਬਹੁਤ ਕਮਾਲ ਹੈ ਜੀ। ਬਿਲਕੁਲ ਜੀ, ਬਿਲਕੁਲ। ਤੁਹਾਡੀਆਂ ਪੇਂਟਿੰਗਸ ਮੈਂ ਪਹਿਲਾਂ ਵੀ ਵੈਸੇ ਜ਼ਿਕਰ ਕਰ ਚੁੱਕਾ ਕਿ ਇੱਕ ਸਪਿਰਿਚੁਅਲਿਜ਼ਮ ਦੇ ਰੰਗਾਂ ਦੀ, ਜੀ ਜੋ ਮੈਂ ਸਮਝਦਾ ਕਿ ਸਪਿਰਿਚੁਅਲਿਜ਼ਮ ਦੇ ਰੰਗਾਂ ਦੀ ਆਵਾਜ਼ ਤੁਹਾਡੀਆਂ ਪੇਂਟਿੰਗਸ ਤੇ ਕੀ ਜੋ ਤੁਸੀਂ ਈਜ਼ਲ ਦੇ ਅੱਗੇ ਬੈਠਦੇ ਆ ਜੀ, ਕੀ ਤੁਹਾਨੂੰ ਆਪਣੀ ਪੇਂਟਿੰਗ ਇੱਕ ਪੋਇਮ ਲੱਗਦੀ ਹੈ? ਸਰ ਮੈਨੂੰ ਅਗਰ ਮੇਰੇ ਤੋਂ ਤੁਸੀਂ ਸੱਚੀ ਪੁੱਛਦੇ ਆ ਨਾ ਤੇ ਮੈਨੂੰ ਪੋਇਟਰੀ ਵੀ ਲੱਗਦੀ ਹੈ, ਮੈਨੂੰ ਮਿਊਜ਼ਿਕ ਵੀ ਲੱਗਦਾ ਹੈ। ਮੈਂ ਕੋਸ਼ਿਸ਼ ਕਰਦਾ ਹਾਂ ਕਿ ਜਿਹੜਾ ਘਟ ਵਿੱਚ ਵਸ ਰਿਹਾ ਨਾਦ ਹੈ, ਹਾਂਜੀ, ਅਨਹਦ ਨਾਲ ਉਹਨੂੰ ਅਸੀਂ ਅਨਹਦ ਕਹਿ ਲਓ, ਡਿਵਾਈਨ ਸਾਊਂਡ ਕਹਿ ਲਓ, ਹੈ ਨਾ। ਕੁਝ ਇਸ ਨੂੰ ਓਮਕਾਰ ਜਾਂ ਓਮ ਕਹਿ ਦਿੰਦੇ ਨੇ, ਹੈ ਨਾ, ਆਮੀਨ ਕਹਿ ਦਿੰਦੇ ਨੇ, ਇਹਨੂੰ ਲੋਗੋਸ ਵੀ ਕਹਿੰਦੇ ਨੇ, ਹੈ ਨਾ। ਗੋਬਿੰਦ, ਰਾਮ, ਇਹ ਵੀ ਉਸ ਡਿਵਾਈਨ ਧੁਨ ਤੋਂ ਹੀ ਅਗਾਂਹ ਸ਼ਬਦ ਡਿਵੈਲਪ ਹੋਏ ਨੇ। ਠੀਕ ਹੈ। ਜਿਹੜਾ ਅਸੀਂ ਰਾਮ ਸ਼ਬਦ ਕਹਿੰਦੇ ਹਾਂ ਨਾ, ਇਹ ਵੀ ਉਸੇ ਦੀ ਪ੍ਰੈਜੈਂਟੇਸ਼ਨ ਹੈ, ਰਿਪਰੈਜ਼ੈਂਟੇਸ਼ਨ ਹੈ। ਹਾਂਜੀ। ਔਰ ਉਹ ਜਿਹੜਾ ਆਨੰਦ ਹੈ, ਉਸ ਨੂੰ ਜਦੋਂ ਬੰਦਾ ਉਸ ਦਾ ਸਵਾਦ ਮਾਣਦਾ ਹੈ ਨਾ, ਤੇ ਉਹ ਕੈਨਵਸ ਤੇ ਵੀ ਉਤਾਰਨ ਦੀ ਕੋਸ਼ਿਸ਼ ਕਰਦਾ ਹੈ। ਬਿਲਕੁਲ ਸਹੀ। ਹੁਣ ਮੈਂ ਬੜੇ ਲੋਕ ਇਸ ਕਰਕੇ ਪ੍ਰਭਾਵਿਤ ਹੋ ਜਾਂਦੇ ਕਿ ਮੈਂ ਵਾਹਿਗੁਰੂ ਵਾਹਿਗੁਰੂ ਸ਼ਬਦ ਲਿਖਦਾ। ਹਾਂਜੀ ਹਾਂਜੀ, ਤੁਹਾਡੀਆਂ ਪੇਂਟਿੰਗ ਚ ਹੁੰਦਾ ਹੈ। ਕਈ ਵਾਰੀ ਮੈਂ ਕਹਿੰਦਾ ਹੁੰਦਾ ਕਿ ਮੇਰੀਆਂ ਤਸਵੀਰਾਂ ਨੂੰ ਇਹ ਵਾਹਿਗੁਰੂ ਸ਼ਬਦ ਜਿਹੜਾ ਆਮ ਜਪਿਆ ਜਾਂਦਾ ਨਾ, ਇਹਦੇ ਵਾਂਗੂ ਦੇਖਣ ਦੀ ਬਜਾਏ ਅਗਰ ਇਸ ਨੂੰ ਮਿਊਜ਼ੀਕਲ ਨੋਡਸ ਜਿਹੜੀਆਂ ਹੁੰਦੀਆਂ ਸਾਡੀਆਂ, ਉਹਨਾਂ ਵਾਂਗੂ ਦੇਖੋ ਨਾ, ਅੱਗੇ ਪਿੱਛੇ ਕਿਤੇ ਇੱਕ ਲਫ਼ਜ਼ ਵਾਵਾ ਜੇ ਸਾਹਮਣੇ ਆ ਰਿਹਾ, ਹਾਹੇ ਨੂੰ ਸਿਆਰੀ ਉਗੂ ਰੂ ਤੱਕ ਪਿੱਛੇ ਜਾ ਰਿਹਾ, ਕਿਤੇ ਅੱਗੇ ਹੋ ਰਿਹਾ, ਕਿਤੇ ਰੰਗਾਂ ਦੇ ਨਾਲ ਅਗਾਂਹ ਪਿਛਾਂਹ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਮਤਲਬ ਟੈਲੀਸਕੋਪਿੰਗ ਤੁਸੀਂ ਕਰ ਰਹੇ ਹੋ। ਯੈਸ, ਉਹ ਜਿਹੜਾ ਜਦੋਂ ਤੁਸੀਂ ਡਿਵਾਈਨ ਸਾਊਂਡ ਨਾਲ ਜੁੜਦੇ ਹੋ ਨਾ, ਹਾਂਜੀ ਹਾਂਜੀ, ਉਹਦੇ ਵਿੱਚ ਇੱਕ ਸਾਊਂਡ ਤਾਂ ਹੈ, ਇੱਕ ਸਾਊਂਡ ਹੈ ਨਹੀਂ, ਔਰ ਇੱਕ ਸਥਿਰਤਾ ਹੈ ਨਹੀਂ, ਸਟੇਬਿਲਿਟੀ ਹੈ ਨਹੀਂ, ਡਾਇਨਾਮਿਜ਼ਮ ਹੈ। ਹਾਂਜੀ, ਉਹ ਡਾਇਨਾਮਿਜ਼ਮ ਦੇਖੋ, ਮੇਰੀ ਕੋਸ਼ਿਸ਼ ਹੈ, ਮੈਂ 100% ਨਹੀਂ ਕਰ ਪਾਉਂਦਾ, ਪਰ ਮੇਰੀ ਕੋਸ਼ਿਸ਼ ਇਹ ਹੈ ਕਿ ਉਹ ਮਿਊਜ਼ਿਕ ਜਿਹੜਾ ਹੈ, ਵਿਊਅਰ ਜਿਹੜਾ ਹੈਗਾ ਉਸ ਨੂੰ ਮਹਿਸੂਸ ਹੋ ਸਕੇ। ਜੇ ਉਹ ਅੰਦਰ ਮਹਿਸੂਸ ਕਰ ਸਕਦਾ ਤੇ ਆਈ ਥਿੰਕ ਆਮ ਡਨ। ਹਾਂਜੀ, ਹੈ ਨਾ। ਤੇ ਬਹੁਤੀ ਵਾਰੀ ਇੱਦਾਂ ਵੀ ਹੁੰਦਾ ਕਿ ਜੋ ਪੇਂਟਿੰਗ ਜਿਹੜੀ ਆ, ਮੈਂ ਜਦੋਂ ਕਰ ਲੈਣਾ ਪੇਂਟਿੰਗ, ਉਸ ਤੋਂ ਬਾਅਦ ਮੈਂ ਪਰੇ ਕਰ ਦਿੰਦਾ ਕਿ ਹੁਣ ਮੇਰਾ ਕੰਮ ਹੋ ਗਿਆ। ਨਹੀਂ, ਇਹ ਜਿਹੜਾ ਵਿਊਅਰ ਹੈ ਉਹਦੀ ਤਸਵੀਰ ਹੋ ਗਈ, ਉਸ ਨੂੰ ਕਿੱਦਾਂ ਉਹ ਦੇਖਦਾ ਹੈ, ਸੋਚਦਾ ਹੈ, ਸਮਝਦਾ ਹੈ, ਮਹਿਸੂਸ ਕਰਦਾ ਹੈ, ਇਹ ਵਿਊਅਰ ਦੇ ਉੱਤੇ ਡਿਪੈਂਡ ਕਰਦਾ ਹੈ। ਤੇ ਜੇ ਵਿਊਅਰ ਜਿਹੜਾ ਹੈਗਾ ਉਹ ਜੁੜ ਸਕਦਾ ਹੈ ਆਪਣੇ ਆਪ ਦੇ ਨਾਲ, ਤਸਵੀਰ ਨੂੰ ਦੇਖ ਕੇ ਜੇ ਆਪਣੇ ਅੰਦਰ ਆਪਣੇ ਉਹਦੇ ਇੱਕ ਖੋਜ ਪੈਦਾ ਹੋ ਸਕਦੀ ਹੈ, ਸੋਚ ਪੈਦਾ ਹੋ ਸਕਦੀ ਹੈ, ਤੇ ਮੈਨੂੰ ਲੱਗਦਾ ਕਿ ਵੀ ਆਮ ਡੂਇੰਗ ਸਮਥਿੰਗ ਰਾਈਟ। ਠੀਕ ਹੈ ਜੀ, ਠੀਕ ਹੈ ਜੀ। ਜਸਵੰਤ ਜੀ, ਤੁਹਾਡੀ ਆਟੋਬਾਇਓਗ੍ਰਾਫੀ ਦੇ ਵਿੱਚ ਜ਼ਿਕਰ ਹੈਗਾ ਕਿ ਤੁਸੀਂ ਹਿਮਾਲਿਆ ਦੀਆਂ ਯਾਤਰਾਵਾਂ ਕੀਤੀਆਂ, ਉੱਥੇ ਕਈ ਸਾਧੂਆਂ ਨੂੰ ਵੀ ਤੁਸੀਂ ਮਿਲੇ ਜੀ, ਤੇ ਉਹਨਾਂ ਦਾ ਕੀ ਪ੍ਰਭਾਵ ਸੀ ਤੁਹਾਡੇ ਮਨ ਦੇ ਉੱਪਰ, ਔਰ ਕੀ ਉਹ ਕਿਸੇ ਰੂਪ ਦੇ ਵਿੱਚ ਆਪਣੀਆਂ ਪੇਂਟਿੰਗਸ ਦੇ ਵਿੱਚ ਵੀ ਤੁਸੀਂ ਪ੍ਰਦਰਸ਼ਿਤ ਕੀਤਾ?
ਦੇਖੋ ਜੀ, ਤਸਵੀਰਾਂ ਦੇ ਵਿੱਚ ਕੁਛ ਇੱਕ ਤਜਰਬੇ ਬੰਨੇ ਨਹੀਂ ਜਾ ਸਕਦੇ। ਇਹ ਮੈਂ ਮਹਿਸੂਸ ਕਰਦਾ ਕਿ ਜਿੱਦਾਂ ਤੁਸੀਂ ਗੱਲ ਕੀਤੀ ਹੈ, ਸਾਡਾ ਬਚਪਨ ਸੀ, ਕਾਲਜ ਪੜ੍ਹਦੇ ਸੀਗੇ, ਛੁੱਟੀਆਂ ਹੁੰਦੀਆਂ ਸੀ ਜਦੋਂ, ਮੈਂ ਘਰ ਨਹੀਂ ਸੀ ਜਾਂਦਾ ਹੁੰਦਾ, ਚੰਡੀਗੜ੍ਹ ਤੋਂ ਘਰ ਨਹੀਂ ਜਾਣਾ ਮੈਂ, ਅਤੇ ਅਸੀਂ 1-2 ਦੋਸਤਾਂ ਨੇ, 3 ਦੋਸਤਾਂ ਨੇ ਕਈ ਵਾਰੀ ਕਿਸੇ ਬੰਨੇ ਨਿਕਲ ਜਾਣਾ, ਕਦੀ ਗੋਆ ਘੁੰਮਣ ਚਲੇ ਗਏ, ਸਾਈਕਲਾਂ ਦੇ ਉੱਤੇ ਇੰਡੀਆ ਟੂਰ ਕਰਦੇ ਸੀ। ਇੱਦਾਂ ਹੀ ਸਾਨੂੰ 1-2 ਵਾਰੀ ਮੌਕਾ ਮਿਲਿਆ, ਅਸੀਂ ਜਿਹੜਾ ਹੈਗਾ ਕਿ ਹੇਮਕੁੰਡ, ਬਦਰੀਨਾਥ, ਇਸ ਏਰੀਏ ਦੇ ਵਿੱਚ ਕੇਦਾਰਨਾਥ, ਇੱਧਰ ਅਸੀਂ ਕੋਸ਼ਿਸ਼ ਕੀਤੀ ਕਿ ਚਲੋ ਘੁੰਮ ਫਿਰ ਕੇ ਆਈਏ, ਛੁੱਟੀਆਂ ਨੇ। ਇੱਦਾਂ ਦੀਆਂ ਜਰਨੀਜ਼ ਵਗੈਰਾ ਜਿਹੜੀਆਂ ਹੈਗੀਆਂ ਨਾ ਸਾਡੀਆਂ, ਉਹ ਮੈਂ ਕਰਦਾ ਰਹਿੰਦਾ ਹੁੰਦਾ ਸੀ। ਅਤੇ ਉਹਨਾਂ ਦੇ ਵਿੱਚੋਂ ਮੇਰੀ ਹਮੇਸ਼ਾ ਹੀ ਜਿਗਿਆਸਾ ਹੁੰਦੀ ਸੀ ਕਿ ਜੇ ਤੁਸੀਂ ਪਹਾੜਾਂ ਦੇ ਵਿੱਚ ਕਿਤੇ ਘੁੰਮ ਫਿਰ ਰਹੇ ਹੋ ਨਾ, ਅਤੇ ਲੱਭਿਆ ਜਾਵੇ ਵੀ ਕਿਤੇ ਕੋਈ ਮਹਾਂਪੁਰਸ਼ ਮਿਲ ਜਾਵੇ, ਕਿਸੇ ਕੋਈ ਯੋਗੀ ਮਿਲ ਜਾਵੇ, ਕੋਈ ਸੰਤ ਮਿਲ ਜਾਵੇ। ਕਿਉਂਕਿ ਸਾਡੇ ਹਿੰਦੁਸਤਾਨ ਦੇ ਵਿੱਚ ਕੀ ਪੂਰੀ ਦੁਨੀਆ 'ਚ ਧਾਰਨਾ ਹੈਗੀ ਹੈ ਕਿ ਹਿਮਾਲਿਆ ਜਿਹੜੇ ਹੈਗੇ ਨੇ ਇਹ ਯੋਗੀਆਂ ਦਾ ਘਰ ਹੈ, ਸੰਤਾਂ ਦਾ, ਮਿਸਟਿਕਸ ਦਾ ਘਰ ਨੇ ਇਹ। ਅਤੇ ਉਹ ਜਿਹੜੀ ਅੰਦਰ ਸੋਚ ਹੁੰਦੀ ਸੀਗੀ, ਉਹ ਇੱਕ ਵਾਰੀ ਅਸੀਂ ਹੇਮਕੁੰਟ ਸਾਹਿਬ ਜਾ ਰਹੇ ਸੀ ਅਤੇ ਉੱਥੇ ਇੱਕ ਸਾਧੂ ਨਾਲ ਅਚਾਨਕ ਮੁਲਾਕਾਤ ਹੋਈ। ਉਹ ਬੜਾ ਡਰਾਮੈਟਿਕ ਜਿਹਾ ਸੀਗਾ, ਔਰ ਮੈਂ ਕਿਤਾਬ 'ਚ ਮੈਂਸ਼ਨ ਵੀ ਕੀਤਾ, ਉਹਨੂੰ ਫੁੱਲ ਪੱਤੀ ਬਾਬਾ ਕਹਿੰਦੇ ਨੇ। ਫੁੱਲ ਪੱਤੀ ਬਾਬਾ ਜੀ ਦੀ ਗੱਲ ਕੀਤੀ ਹੈ ਮੈਂ, ਔਰ ਉਹਦੀ ਜਿਹੜੀ ਹੈਗੀ ਹੈ ਉਸ ਨਾਲ ਮੇਰੀ ਬੜੀ ਡਰਾਮੈਟਿਕ ਜੀ ਸਾਡੀ ਮੁਲਾਕਾਤ ਸੀਗੀ। ਮਿਲਣ ਗਏ ਉਸ ਬੰਦੇ ਨੂੰ, ਹੈ ਨਾ। ਉਹਦੇ ਬਾਰੇ ਕਹਾਣੀ ਤਾਂ ਕਿਤਾਬ ਪੜ੍ਹ ਕੇ ਜੇ ਤੁਸੀਂ ਮਹਿਸੂਸ ਕਰ ਸਕੋ ਤਾਂ ਵਧੀਆ ਗੱਲ ਹੈ, ਲੇਕਿਨ ਉਸ ਬੰਦੇ ਦਾ ਜਿਹੜਾ ਰਹਿਣ ਸਹਿਣ ਸੀਗਾ ਬੜਾ ਡਿਫਰੈਂਟ ਸੀਗਾ। ਕੁਝ ਵੀ ਨਹੀਂ ਸੀ ਉਹਦੇ ਕੋਲ। ਸਿਆਲ ਦੇ ਵਿੱਚ ਇੱਕ ਧੂਣੀ ਧੁਖਾ ਛੱਡਦਾ ਸੀਗਾ, ਤਰਸ਼ੂਲ ਇੱਕ ਟੰਗਿਆ ਹੋਇਆ ਸੀਗਾ, ਹੈ ਨਾ। ਉੱਥੇ ਜਿਹੜਾ ਹੈਗਾ ਉਹ ਰਹਿੰਦਾ ਸੀ, ਧੂਣੀ ਲਾ ਛੱਡਦਾ ਸੀਗਾ, ਇਹਨਾਂ 'ਤੇ ਪਸਮ ਮਲ ਛੱਡੀ ਆਪਣੇ ਆਲੇ ਦੁਆਲੇ। ਅਤੇ ਇੰਨੀ ਕੁ ਗਰਮੀ ਦੇ ਵਿੱਚ ਜਿਹੜਾ ਆਲਮੋਸਟ ਨਾਂਗਾ ਨਹੀਂ ਸੀਗਾ, ਉਹਦੀ ਧੋਤੀ ਬੰਨੀ ਹੁੰਦੀ ਸੀਗੀ, ਥੋੜ੍ਹਾ ਜਿਹਾ ਇੱਕ ਕੰਬਲੀ ਜੀ ਛੋਟੀ ਜਿਹੀ ਸੀਗੀ ਉਹਦੇ ਕੋਲ। ਉਹਨੂੰ ਫੁੱਲ ਪੱਤੀ ਬਾਬਾ ਇਸ ਕਰਕੇ ਮੈਂ ਨਾਮ ਦਿੱਤਾ ਹੈ ਕਿ ਹਿਮਾਲਿਆ ਦੇ ਵਿੱਚ ਸਰ ਕੁਛ ਇੱਕ ਐਸੀਆਂ ਜੜ੍ਹੀਆਂ ਬੂਟੀਆਂ ਨੇ, ਕੁਛ ਐਸੇ ਇੱਕ ਪਦਾਰਥ ਨੇ ਜਿਹੜੇ ਕਿ ਉੱਥੇ ਦੇ ਰਹਿਣ ਵਾਲੇ ਜਿਹੜੇ ਸੰਤ ਨੇ ਉਹ ਵਰਤਦੇ ਨੇ। ਉਹਨਾਂ ਦੇ ਵਿੱਚੋਂ ਕੁਛ ਇੱਕ ਬਨਸਪਤੀ ਜਿਹੜੀ ਹੈ, ਕੁਛ ਇੱਕ ਐਸੇ ਫੁੱਲ ਪੱਤੇ ਨੇ ਜਿਹੜਾ ਮੈਨੂੰ ਜਿਹੜੀ ਉਹਨਾਂ ਦੇ ਨਾਲ ਇੰਟਰੋਡਕਸ਼ਨ ਹੋਈ, ਕਹਿਣ ਲੱਗੇ ਕਿ ਵੀ ਇਹ ਖਾਸ ਤਰ੍ਹਾਂ ਦੇ ਫੁੱਲ ਹੁੰਦੇ ਆ, ਅਤੇ ਇੱਕ ਫੁੱਲ ਦੀਆਂ 2 ਪੰਖੜੀਆਂ ਉਹਨਾਂ ਵਾਸਤੇ 2-3 ਹਫ਼ਤਿਆਂ ਵਾਸਤੇ ਕਾਫੀ ਹੁੰਦੀਆਂ ਨੇ, ਖਾਣ ਪੀਣ ਉਹਨਾਂ ਦਾ। ਅੱਛਾ ਜੀ। ਇੰਨੀ ਕੁ ਐਨਰਜੀ ਉਹਨਾਂ ਨੂੰ ਦਿੰਦੀਆਂ ਨੇ, ਜਿਹੜੀ ਕਿ ਮੈਨੂੰ ਹੁਣ ਬਾਅਦ 'ਚ ਮੈਨੂੰ ਸਮਝ ਆਈ। ਉਸ ਟਾਈਮ 'ਤੇ ਉਸ ਗੱਲ ਦੀ ਸਮਝ ਨਹੀਂ ਸੀ ਆਈ ਕਿ ਵੀ ਇਹ ਕੀ ਗੱਲ ਹੋ ਰਹੀ ਹੈ ਔਰ ਇਹਦੇ ਪਿੱਛੇ ਰੀਜ਼ਨ ਕੀ ਹੈ। ਸੋ ਉਸ ਬਾਬੇ ਨੇ ਜਿਹੜਾ ਹੈਗਾ ਕੋਈ ਉਹ ਪੱਤੀ ਦਾ ਜਿਹੜਾ ਉਹਦੇ ਕੋਲੋਂ ਟੇਸਟ ਕਰਨ ਨੂੰ ਮਿਲਿਆ। ਔਰ ਹੁਣ ਮੈਂ ਦੇਖਦਾ ਕਿ ਵੀ ਹੁਣ ਅੱਜ ਕੱਲ੍ਹ ਬੜਾ ਕੁਝ ਅਸੀਂ ਦੇਖਦੇ ਹਾਂ, ਕੋਈ ਲੋਕ ਮਸ਼ਰੂਮ ਦੇ ਨਾਲ, ਕੋਈ LSD ਦੇ ਨਾਲ, ਕੋਈ ਕਿਸੇ ਤਰ੍ਹਾਂ ਦੀਆਂ ਚੀਜ਼ਾਂ ਨਾਲ। ਬੇਸਿਕਲੀ ਦੇਖੋ ਮੈਂ ਸਮਝਦਾ ਕਿ ਹੈ ਤਾਂ ਬੇਸਿਕਲੀ ਕੈਮੀਕਲ ਹੀ ਹੈ ਨਾ, ਜਿਹੜਾ ਉਹ ਰਸਾਇਣ ਹੈ ਇੱਕ, ਜਿਹੜੀ ਉਹਨਾਂ ਪੱਤਿਆਂ ਦੇ ਵਿੱਚੋਂ ਜਾਂ ਕਿਸੇ ਚੀਜ਼ ਦੇ ਵਿੱਚੋਂ ਤੁਹਾਡੇ ਬਾਡੀ ਦੇ ਵਿੱਚ ਜਾਂਦੀ ਹੈ। ਹਾਂਜੀ। ਅਤੇ ਉਹ ਜਿਹੜੀਆਂ ਸਪਿਰਿਚੁਅਲ ਰਸਾਇਣ ਨੇ ਉਹ ਕਿਤੇ ਨਾ ਕਿਤੇ ਤੁਹਾਡੇ ਪੀਨੀਅਲ ਗਲੈਂਡ ਨੂੰ ਜਾਂ ਕਿਸੇ ਚੀਜ਼ ਨੂੰ ਐਕਟੀਵੇਟ ਕਰਦੀਆਂ ਨੇ, ਤੁਹਾਨੂੰ ਹੈਲੂਸੀਨੇਸ਼ਨ ਦੇ ਵਿੱਚ ਲੈ ਕੇ ਜਾਂਦੀਆਂ ਨੇ, ਜਾਂ ਜਿਹੜੀਆਂ ਤੁਹਾਡੇ ਜਿਹੜੇ ਸਪਿਰਿਚੁਅਲ ਐਕਸਪੀਰੀਅੰਸ ਹੁੰਦੇ ਨੇ ਉਹ ਜਿਹੜੇ ਕਰਵਾਉਂਦੀਆਂ ਨੇ। ਅਤੇ ਉਹ ਮੇਰਾ ਪਹਿਲਾ ਐਕਸਪੀਰੀਅੰਸ ਜਿਹੜਾ ਹੈਗਾ ਉਹ ਇੱਕ ਪੱਤੀ ਦੇ ਨਾਲ, ਜਿਹਨੂੰ ਫੁੱਲ ਪੱਤੀ ਬਾਬਾ ਕਿਹਾ, ਉਹਨੇ ਕਿਹਾ ਕਿ ਤੂੰ ਲੈ ਲਓ, ਰੱਖ ਲਓ। ਔਰ ਉਦੋਂ ਮੈਨੂੰ ਪਤਾ ਨਹੀਂ ਸੀਗਾ ਕਿ ਇਹ ਜਿਹੜਾ ਹੈਗਾ ਕਿਸੇ ਹੋਰ ਦੁਨੀਆ ਦੀ ਗੱਲ ਹੋ ਰਹੀ ਹੈ, ਸਪਿਰਿਚੁਅਲ ਵਰਲਡ ਦੀ ਗੱਲ ਹੋ ਰਹੀ ਹੈ, ਆਤਮਾ ਦੀ ਇੱਕ ਜਰਨੀ ਦੀ ਗੱਲ ਹੋ ਰਹੀ ਹੈ, ਬਿਯੋਂਡ ਦਾ ਫਿਜ਼ੀਕਲ ਪਲੇਨ, ਹੈ ਨਾ। ਉਹ ਜਿਹੜਾ ਸੀਗਾ ਉੱਧਰ। ਲੇਕਿਨ ਹੁਣ ਮੈਨੂੰ ਸਮਝ ਆਉਂਦੀ ਹੈ ਕਿ ਕਾਫੀ ਸਾਰੀਆਂ ਪ੍ਰੈਕਟਿਸਿਸ ਦੇ ਨਾਲ, ਲੋਕਾਂ ਦੇ ਨਾਲ ਮਿਲ ਕੇ, ਹੈ ਨਾ, ਜਾਂ ਹੋਰ ਜਿਹੜੇ ਅੱਜ ਕੱਲ੍ਹ ਲੋਕ ਜਿਹੜੇ ਪ੍ਰੈਕਟਿਸਿਸ ਕਰਵਾਉਂਦੇ ਨੇ, ਹੈ ਨਾ। ਅਤੇ ਉਹ ਦੈਟ ਵਾਜ਼ ਮਾਈ ਫਸਟ, ਕਹਿ ਲਓ। ਉਹਨਾਂ ਤੋਂ ਪਹਿਲਾਂ ਵੀ ਕਿਸੇ ਇੱਕ ਸੰਤ ਨਾਲ ਮੇਰੀ ਮੁਲਾਕਾਤ ਹੋਈ ਸੀ, ਜਿਹੜੀ ਕਿ ਕੁੱਲੂ ਮਨਾਲੀ ਸਾਈਡ ਦੇ ਉੱਤੇ ਜਿਹੜੀ ਸੀਗੀ, ਹੈ ਨਾ। ਲੇਕਿਨ ਉਹ ਬੜੀ ਡਿਫਰੈਂਟ ਸੀਗੀ, ਉਹ ਐਜੂਕੇਸ਼ਨਲ ਸੀ, ਦੁਨੀਆ ਦੀ ਐਜੂਕੇਸ਼ਨ, ਕਿ ਸਮਾਧੀਆਂ ਕੀ ਨੇ, ਤੁਹਾਡਾ ਯੋਗਾ ਦੇ ਕੁਛ ਇੱਕ ਤੁਹਾਡੀਆਂ ਅੰਦਰ ਦੀਆਂ ਕਿਰਿਆਵਾਂ ਕਿੱਦਾਂ ਦੀਆਂ ਹੈਗੀਆਂ, ਉਹਦੀ ਇੰਟਰੋਡਕਸ਼ਨ ਸੀ। ਲੇਕਿਨ ਦਿਸ ਵਨ ਜਿਹੜੀ ਫੁੱਲ ਪੱਤੀ ਬਾਬਾ ਦਾ ਮੈਂ ਮੈਂਸ਼ਨ ਕੀਤਾ, ਦੈਟ ਵਾਜ਼ ਸਮਥਿੰਗ ਬਿਯੋਂਡ ਦਿਸ ਰੈਲਮ। ਠੀਕ ਹੈ। ਉਹ ਮੇਰਾ ਸੋਚਦਾ ਕਿ ਅੱਜ ਮੈਂ ਕਹਿਣਾ ਹੁੰਦਾ ਕਿ ਮੇਰਾ ਫਸਟ ਸਪਿਰਿਚੁਅਲ ਐਕਸਪੀਰੀਅੰਸ ਸੀਗਾ। ਕੀ ਤੁਸੀਂ ਉਸ ਸਪਿਰਿਚੁਅਲ ਐਕਸਪੀਰੀਅੰਸ ਤੋਂ ਬਾਅਦ ਜੀ
ਉਹਦੇ ਮੁਤਲਕ ਹਾਂਜੀ ਕੋਈ ਪੇਂਟਿੰਗ ਵੀ ਬਣਾਈ? ਮੇਰੀਆਂ ਸਾਰੀਆਂ ਤਸਵੀਰਾਂ ਉਹਦੇ ਮੁਤਲਕ ਹੀ ਨੇ ਜੀ, ਕਿ ਉਹ ਜਿਹੜੀਆਂ ਤਸਵੀਰਾਂ ਨੇ ਨਾ, ਜਦੋਂ ਮੈਂ ਕੋਸ਼ਿਸ਼ ਕਰਦਾ ਕਿ ਜਿਹੜਾ ਮੇਰੇ ਸਾਹਮਣੇ ਦਿਖ ਰਿਹਾ ਮੈਂ ਉਹਨੂੰ ਪੇਂਟ ਨਹੀਂ ਕਰਦਾ। ਮੇਰੇ ਬਰਡ ਵੀ ਹੈ ਜਦੋਂ ਮੈਂ ਬਣਾਉਣਾ ਤਾਂ ਪੂਰੀ ਡਿਟੇਲ ਨਹੀਂ ਬਣਾਉਂਦਾ, ਉਹ ਥੋੜ੍ਹੇ ਜਿਹੇ ਡਿਫਰੈਂਟ ਹੁੰਦੇ ਨੇ ਕਿ ਮੈਂ ਇਸ਼ਾਰਾ ਹੀ ਕਰ ਰਿਹਾ ਹੁੰਦਾ, ਕਿ ਐਜ਼ ਅ ਸਿੰਬਲ ਯੂਜ਼ ਕਰ ਰਿਹਾ। ਜੇ ਮੈਂ ਇੱਕ ਓਮਕਾਰ ਅੱਜ ਕੱਲ੍ਹ ਮੈਂ ਸ਼ੁਰੂ ਕੀਤਾ ਪੇਂਟਿੰਗ ਦੇ ਵਿੱਚ, ਕਿਉਂਕਿ ਲੋਕ ਰਿਲੇਟ ਕਰਦੇ ਨੇ ਸਿੰਬਲਸ ਦੇ ਨਾਲ, ਹੈ ਨਾ। ਲੇਕਿਨ ਮੈਂ ਸਿੱਧਾ ਇੱਕ ਓਮਕਾਰ ਵੀ ਲਿਖ ਦਿੱਤਾ, ਲੇਕਿਨ ਉਸ ਨੂੰ ਟਰਾਈ ਕੀਤਾ ਕਿ ਆਰਟਿਸਟਿਕ ਢੰਗ ਨਾਲ ਉਹਨੂੰ ਬੈਕਗਰਾਊਂਡ ਦੇ ਵਿੱਚ ਲੈਂਡਸਕੇਪ ਦੇ ਵਿੱਚ ਮਰਜ ਕਰਕੇ ਬਾਹਰ ਕੱਢ ਕੇ, ਕਿਤੇ ਗੋਲਡ ਲਾ ਕੇ, ਕਿਤੇ ਕੁਛ ਕਰਕੇ ਟੈਲੀਸਕੋਪਿੰਗ ਕੀਤੀ ਹੈ ਬਹੁਤ ਸਾਰੀਆਂ ਪੇਂਟਿੰਗਸ ਵਿੱਚ ਤੁਸੀਂ ਟਰਾਈ ਕੀਤਾ ਹੈ, ਕਿਉਂਕਿ ਆਰਟਿਸਟ ਐਕਸਪੈਰੀਮੈਂਟ ਹੀ ਕਰਦਾ ਨਾ ਸਾਰੀ ਜ਼ਿੰਦਗੀ, ਤੇ ਉਹ ਐਕਸਪੈਰੀਮੈਂਟ ਮੈਂ ਕਰਨ ਦੀ ਕੋਸ਼ਿਸ਼ ਕਰਦਾ। ਆਈ ਡੋਂਟ ਨੋ ਕਿ ਕਿੰਨਾ ਕੁ ਮੈਂ ਉੱਥੇ ਜਾ ਸਕਿਆ। ਜਿੱਦਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਅਰਜ਼ ਕੀਤੀ ਸੀਗੀ ਕਿ ਜਿਹੜਾ ਉਹ ਐਕਸਪੀਰੀਅੰਸ ਹੈ ਤੁਹਾਡੀ ਸਾਈਕੀ ਦਾ, ਉਹ ਹਿੱਸਾ ਜਿਹੜਾ ਹੈਗਾ ਨਾ, ਪੇਂਟ ਕਰਨਾ ਬੜਾ ਮੁਸ਼ਕਿਲ ਹੁੰਦਾ, ਕਿਉਂਕਿ ਉਹ ਗੱਲਾਂ ਵਿੱਚ ਵੀ ਨਹੀਂ, ਲਫ਼ਜ਼ਾਂ ਵਿੱਚ ਵੀ ਨਹੀਂ ਪਕੜਿਆ ਜਾ ਸਕਦਾ, ਹੈ ਨਾ। ਉਹ ਜਿਹੜਾ ਅਕਥ ਹੈ, ਉਹ ਜਿਹੜਾ ਨਾ ਜਿਹਨੂੰ ਕਹਿ ਰਹੇ ਕਿ ਤੁਸੀਂ ਅਲਿਖ ਹੈ, ਲਿਖਿਆ ਨਹੀਂ ਜਾ ਸਕਦਾ। ਅੱਲੋ ਅਲਖ ਨਾ ਜਾਈ ਲਿਖਿਆ, ਗੁੜ ਗੁਰ ਦੀਨਾ ਮੀਠਾ, ਕਹੈ ਕਬੀਰ ਮੇਰੀ ਸੰਕਾ ਨਾਠੀ, ਪੁਰਖ ਨਿਰੰਜਨ ਡੀਠਾ। ਜਾਂ ਅਲਖ ਨਿਰੰਜਨ, ਜਿਹੜਾ ਅਲਖ ਲਿਖਿਆ ਨਹੀਂ ਜਾ ਸਕਦਾ, ਜਿਹੜਾ ਨਿਰੰਜਨ ਹੈ, ਜਿਹੜਾ ਅੰਜਨ ਸਾਡੇ ਜਿਹੜੇ ਇਹਨਾਂ ਦੇ ਬਗੈਰ ਦੇਖਿਆ ਜਾਂਦਾ ਹੈ। ਇਹ ਜਿਹੜੀਆਂ ਆ ਸਾਡੀਆਂ ਚਮੜੇ ਦੀਆਂ ਅੱਖਾਂ ਨੇ, ਇਹਦੇ ਬਗੈਰ ਜਿਹੜੀਆਂ ਸਾਨੂੰ ਅੰਦਰ ਦੀਆਂ ਜਿੱਦਾਂ ਜਿਹੜਾ ਮਹਿਸੂਸ ਹੁੰਦਾ ਹੈ ਨਾ, ਉਹ ਜਿਹੜੀਆਂ ਚੀਜ਼ਾਂ ਮੈਂ ਸੋਚਦਾ ਕਿ ਬੜਾ ਮੁਸ਼ਕਿਲ ਹੈ ਕੈਨਵਸ ਦੇ ਉੱਤੇ ਪੇਂਟ ਕਰਨਾ ਉਸ ਨੂੰ। ਠੀਕ ਹੈ ਜੀ, ਬਿਲਕੁਲ ਸਹੀ। ਇੱਕ ਮਾਈਂਡ 'ਚ ਬਾਰ-ਬਾਰ ਗੱਲ ਆ ਰਹੀ ਹੈ ਜਸਵੰਤ ਜੀ, ਜੇ ਤੁਸੀਂ ਮੈਨੂੰ ਪੁੱਛਣ ਦੀ ਇਜਾਜ਼ਤ ਦਿਓ ਕਿ ਤੁਹਾਡੀ ਆਟੋਬਾਇਓਗ੍ਰਾਫੀ ਦੇ ਮੁਤਾਬਕ ਜ਼ਿੰਦਗੀ ਵਿੱਚ ਤੁਸੀਂ ਕਈ ਕੁਛ ਦੇਖਿਆ ਜੀ, ਮਤਲਬ ਪੂਰੀ ਤਰ੍ਹਾਂ ਤੁਸੀਂ ਜ਼ਿੰਦਗੀ ਹੰਡਾਈ ਹੈ। ਕੀ ਇਹਨਾਂ ਰੁਝੇਵਿਆਂ ਦਾ ਜਿਹੜਾ ਉਹ ਅਸਰ ਪੋਜ਼ਿਟਿਵ ਜਾਂ ਨੈਗੇਟਿਵ ਜਾਂ ਨਿਊਟਰਲ ਤੁਹਾਡੀਆਂ ਪੇਂਟਿੰਗਸ 'ਤੇ ਪਿਆ? ਤੁਸੀਂ ਬੜੇ ਕਮਾਲ ਦੇ ਸਵਾਲ ਕਰ ਰਹੇ ਹੋ ਜੀ। ਬੜੀ ਮੁਸ਼ਕਿਲ ਹੋ ਜਾਂਦਾ ਕਈ ਵਾਰੀ, ਕਿਉਂਕਿ ਜਦ ਤੱਕ ਅਸੀਂ ਬੈਠਦੇ ਨਹੀਂ, ਜ਼ਿੰਦਗੀ ਨੂੰ ਐਨਾਲਿਸਿਸ ਨਹੀਂ ਕਰਦੇ, ਜ਼ਿੰਦਗੀ ਦਾ ਆਪਣੇ ਪਿੱਛੇ ਨੂੰ ਤੁਸੀਂ ਨਹੀਂ ਘੋਖਦੇ। ਮੇਰੇ ਲਈ ਹਰ ਪਲ ਇੱਕ ਸਿੱਖਣ ਦਾ ਪਲ ਹੈ। ਮੈਂ ਦੂਸਰਿਆਂ ਦੇ ਤਜਰਬੇ ਨਾਲੋਂ, ਮੈਂ ਕਹਿੰਦਾ ਹੁੰਦਾ, ਮੇਰੇ ਘਰ ਦੇ ਵੀ ਕਹਿੰਦੇ ਹੁੰਦੇ ਕਿ ਤੁਸੀਂ ਦੂਸਰਿਆਂ ਤੋਂ ਵੀ ਕੁਝ ਸਿੱਖ ਲਿਆ ਕਰੋ, ਹੈ ਨਾ। ਹਰ ਵਾਰੀ ਤੁਸੀਂ ਵੀਲ ਆਪਣਾ ਹੀ ਬਣਾਉਂਦੇ ਆ, ਹਰ ਵਾਰੀ ਦੁਬਾਰਾ ਵੀਲ ਬਣਾਉਂਦੇ ਆ। ਉਹ ਤਜਰਬਿਆਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਆ ਜੀ। ਠੀਕ ਹੈ ਜੀ। ਲੇਕਿਨ ਇੱਕ ਚੀਜ਼ ਹੋਰ ਹੈਗੀ ਹੈ ਕਿ ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਗੁਰੂ ਸਾਹਿਬ ਬੜਾ ਵਧੀਆ ਕਹਿੰਦੇ ਨੇ, ਮੈਨੂੰ ਹੁਣ ਸ਼ਬਦ ਯਾਦ ਨਹੀਂ ਆ ਰਿਹਾ, ਕਿ ਨੱਕ ਨੱਥ ਹਾਂਜੀ ਖਸਮ ਹੱਥ। ਇੱਦਾਂ ਇੱਕ ਸ਼ਬਦ ਹੈ ਕਿ ਰਿਜ਼ਕ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸਾਚੇ। ਮੇਰੀ ਜ਼ਿੰਦਗੀ ਤਾਂ ਜਿਹੜੀ ਹੈਗੀ ਹੈ ਨਾ, ਉਹ ਦਾਣੇ ਪਾਣੀ ਦਾ ਚੱਕਰ ਹੀ ਸੀਗਾ। ਪਿੰਡ ਦੇ ਵਿੱਚ ਮੈਨੂੰ ਨਹੀਂ ਸੀ ਪਤਾ ਕਿ ਮੈਂ ਪੇਂਟਰ ਬਣਨਾ ਹੈ। ਪਿੰਡ ਦੇ ਵਿੱਚੋਂ ਮੈਨੂੰ ਨਹੀਂ ਸੀ ਪਤਾ ਕਿ ਮੈਂ ਚੰਡੀਗੜ੍ਹ ਜਾ ਕੇ ਐਜੂਕੇਸ਼ਨ ਕਰਨੀ ਹੈ। ਮਾਤਾ ਪਿਤਾ ਮੇਰੇ ਮਸਾਂ ਹੀ ਮਾੜਾ ਮੋਟਾ ਊੜਾ ਹੀ ਜਾਣਦੇ ਨੇ ਕਿ ਮੈਂ ਕਿਸੇ ਯੂਨੀਵਰਸਿਟੀ ਜਾ ਕੇ ਯੂਨੀਵਰਸਿਟੀਆਂ ਟੌਪ ਵੀ ਕਰਨੀਆਂ ਨੇ। ਫਿਰ ਉਹਨਾਂ ਯੂਨੀਵਰਸਿਟੀਆਂ ਜਾਂ ਕਾਲਜਿਸ ਦੇ ਵਿੱਚ ਪੜ੍ਹਾਉਣਾ ਵੀ ਹੈ ਉਹਨਾਂ ਸਟੂਡੈਂਟਸ ਨੂੰ ਜਿਹੜੇ ਯੂਨੀਵਰਸਿਟੀਆਂ 'ਚ ਪੜ੍ਹਦੇ ਆ। ਕੋਈ ਪਤਾ ਨਹੀਂ ਸੀ। ਉਸ ਤੋਂ ਬਾਅਦ ਦੁਨੀਆ ਦਾ ਭ੍ਰਮਣ ਕਰਨਾ ਹੈ ਕਦੀ ਸੋਚਿਆ ਹੀ ਨਹੀਂ ਸੀ। ਪਰ ਅੰਦਰ ਤੁਹਾਡੇ ਇੱਕ ਨਾ ਜਿਹੜਾ ਤੁਹਾਡਾ ਇਨਰ ਸੈਲਫ ਹੁੰਦਾ, ਉਹ ਅਗਰੈਸਿਵਲੀ ਤੁਹਾਨੂੰ ਨਾ ਕੁਛ ਛੇੜਦਾ ਰਹਿੰਦਾ, ਅੰਦਰੋਂ ਤੋਰਦਾ ਰਹਿੰਦਾ। ਅਸੀਂ ਤਾਂ ਸੋਚਦੇ ਹਾਂ, ਹਰ ਜਗ੍ਹਾ ਸੋਚਦੇ ਹਾਂ, ਯਾਰ ਇਹ ਠੀਕ ਹੈ, ਇੱਥੇ ਜੋਬ ਮਿਲ ਗਈ, ਦੈਟਸ ਇਟ, ਬੈਠੋ ਮਜ਼ੇ ਕਰੋ। ਲੇਕਿਨ ਮੇਰੇ ਨਾਲ ਇੱਦਾਂ ਨਹੀਂ ਸੀ। ਮੈਨੂੰ ਅੰਦਰੋਂ ਕੁਛ ਨਾ ਕੁਛ ਬੌਦਰ ਜ਼ਰੂਰ ਕਰਦਾ ਰਹਿੰਦਾ ਸੀਗਾ। ਆਮ ਲੋਕਾਂ ਵਾਂਗੂ ਮੇਰੇ ਫਾਦਰ ਬੜੇ ਨਾਰਾਜ਼ ਸੀਗੇ ਕਿ ਯਾਰ ਤੈਨੂੰ ਗੌਰਮੈਂਟ ਦੀ ਜੋਬ ਮਿਲ ਗਈ ਸੀ, ਗੌਰਮੈਂਟ ਨਾਲ ਤੂੰ ਉਹ ਵੀ ਇੱਕ ਪ੍ਰੋਫੈਸਰ ਬਣ ਗਿਆ, ਤੇਰੀ ਗਜ਼ਟਡ ਪੋਸਟ ਹੈ, ਮੂਰਖਾ ਤੂੰ ਛੱਡ ਕੇ ਬਾਹਰ ਚਲੇ ਗਿਆ। ਪਰ ਮੈਂ ਹੁਣ ਸੋਚਦਾ ਜੀ ਕਿ ਮੇਰੀ ਜਰਨੀ ਦਾ ਜਿਹੜੀ ਕਿਤੇ ਵੀ ਰਿਹਾ, ਜਿੱਥੋਂ ਦਾ ਵੀ ਹੈਗਾ, ਜੋ ਉਹਦਾ ਐਕਸਪੀਰੀਅੰਸ ਹੈ, ਉਹ ਮੈਨੂੰ ਹੁਣ ਵੀ ਬੜਾ ਰੋਮਾਂਚਿਤ ਕਰਦਾ ਹੈ, ਬੜਾ ਆਨੰਦਿਤ ਕਰਦਾ। ਔਰ ਆਲਵੇਜ਼ ਜਿਹੜੀਆਂ ਚੀਜ਼ਾਂ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਉਸ ਵੇਲੇ ਬਹੁਤ ਮਾੜੀਆਂ ਸੀਗੀਆਂ। ਕੁਛ ਇੱਕ ਦੋਸਤਾਂ ਦਾ ਮੈਂ ਜ਼ਿਕਰ ਕੀਤਾ, ਜਦੋਂ ਸੋਚਦਾ ਕਿ ਉਹਨਾਂ ਨੇ ਮੈਨੂੰ ਬੜਾ ਤੰਗ ਕੀਤਾ, ਲੜਾਈ ਝਗੜੇ ਹੁੰਦੇ ਰਹਿੰਦੇ ਨੇ, ਉਸ ਵੇਲੇ ਸੋਚਦਾ ਸੀ ਤੰਗ ਕੀਤਾ। ਲੇਕਿਨ ਅੱਜ ਮੈਂ ਸੋਚਦਾ ਕਿ ਜੇ ਮੇਰੀ ਲਾਈਫ ਵਿੱਚ ਉਹ ਮਿੱਤਰ ਨਾ ਆਏ ਹੁੰਦੇ, ਹੈ ਨਾ, ਅਤੇ ਅੱਜ ਮੇਰੀ ਇਹ ਲਾਈਫ ਜਿਹੜੀ ਇੱਦਾਂ ਦੀ ਨਹੀਂ ਹੁੰਦੀ।
ਸੋ ਜ਼ਿੰਦਗੀ ਨੇ ਬਹੁਤ ਕੁਝ ਸਿਖਾਇਆ ਜੀ, ਇਹਨਾਂ ਜਰਨੀਆਂ ਨੇ ਬਹੁਤ ਕੁਝ ਸਿਖਾਇਆ। ਇਸੇ ਕਰਕੇ ਮੈਂ ਕੋਸ਼ਿਸ਼ ਕੀਤੀ ਸੀ ਕਿ ਜੇ ਇਸ ਨੂੰ ਮੈਂ ਕਲਮਬੰਦ ਕਰ ਸਕਦਾ ਇਹਨਾਂ ਗੱਪਾਂ ਛੱਪਾਂ ਨੂੰ, ਹਾਲਾਂਕਿ 10% 5% ਹੀ ਹੈ ਜੋ ਲਿਖਿਆ ਇਹਦੇ ਵਿੱਚ, ਲੇਕਿਨ ਹਾਲੇ ਵੀ ਬੜਾ ਜਿਹੜਾ ਹੈਗਾ ਲਾਈਫ ਦਾ ਜਿਹੜਾ ਰੋਮਾਂਚਿਤ ਹਿੱਸਾ ਹੈ ਨਾ ਜਿਹੜਾ, ਇਹ ਮੈਨੂੰ ਸਾਰੀ ਜਰਨੀ ਜਿਹੜੀ ਹੈ ਜਦੋਂ ਬੈਠ ਕੇ ਲੇਖਾ ਜੋਖਾ ਕਰਦੇ ਆ, ਕੋਈ ਰਿਗਰੈਟ ਨਹੀਂ ਸਰ ਲਾਈਫ 'ਚ। ਠੀਕ ਹੈ। ਕੋਈ ਇਹ ਨਹੀਂ ਲੱਗਦਾ ਕਿ ਉਸ ਵੇਲੇ ਯਾਰ ਮੈਂ ਆਹ ਗਲਤੀ ਕਰਦੀ, ਜੇ ਇੱਦਾਂ ਕਰ ਦਿੰਦਾ ਤਾਂ ਚੰਗਾ ਹੁੰਦਾ। ਹੋਤਾ ਤਾਂ ਵਹੀ ਹੈ ਨਾ ਜੋ ਉਹ ਚਾਹੁੰਦਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਪਰੇ ਕਰਕੇ ਜਿਹੜਾ ਅੰਦਰ ਕਲੰਦਰ ਹੈ ਤੁਹਾਡੇ, ਉਹ ਜਿਹੜੇ ਕਲਾ ਵਰਸਾ ਰਿਹਾ, ਉਹਦੇ ਨਾਲ ਨੱਚਣਾ ਸ਼ੁਰੂ ਕਰ ਦਿੰਦੇ ਹਾਂ। ਹਾਂਜੀ, ਨੱਕ ਨੱਥ ਖਸਮ ਹੱਥ, ਜੇ ਉਸ ਖਸਮ ਦੇ ਹੱਥ ਸਾਡੀ ਨੱਥ ਹੈ, ਉਹਦੇ ਰੱਸੀ ਪਕੜੀ ਹੋਈ ਹੈ, ਫਿਰ ਤਾਂ ਸਰ ਹਰ ਹਾਲਤ ਵਿੱਚ ਅਸੀਂ ਆਨੰਦਿਤ ਹੀ ਹਾਂ ਨਾ। ਹਾਂਜੀ, ਬੁੱਲੇ ਸ਼ਾਹ ਵੀ ਫਿਰ ਨੱਚਣ ਲੱਗ ਜਾਂਦੇ ਆ ਆਪਣੇ ਗੁਰੂ ਨੂੰ ਮਨਾਉਣ ਦੇ ਲਈ। ਤੇ ਵੈਸੇ ਇਹ ਜਿਹੜੀ ਹੈਗੀ ਆ, ਇਹ ਪ੍ਰਭਾਵ ਆ ਜਿਹੜੇ ਤੁਹਾਡੇ ਰੂਹ ਦੇ ਉੱਪਰ ਜੀ, ਤੇ ਤੁਸੀਂ ਕਹਿੰਦੇ ਕਿ ਮੈਨੂੰ ਕੋਈ ਰਿਗਰੈਟ ਨਹੀਂ ਜੀ। ਤੇ ਵੈਸੇ ਰਿਗਰੈਟ ਹੋਣਾ ਵੀ ਨਹੀਂ ਚਾਹੀਦਾ ਕਿ ਜਿਸ ਤਰ੍ਹਾਂ ਕਿਸੇ ਨੇ ਲਿਖਿਆ ਹੈ ਕਿ तेरे गुनाह भी हैं दाद के काबिल, तेरे गुनाह भी हैं दाद के काबिल, वाह वाह, तुझे कभी कब से अफसोस मलते नहीं देखा। क्या बात है। जे रिग्रेट हैगे भी है, रिग्रेट नहीं करना। जे कोई गलत हो भी गया, बिल्कुल सही तो नहीं होना ना किसी कोलों भी, खास करके क्रिएटिव राइटर कोलों बिल्कुल ठीक नहीं होना, बिल्कुल परफेक्ट नहीं होना। तो मैं तुहानूं ये बेनती करूँगा अखीर च जी कि ਜਿਹੜੇ ਤੁਹਾਡੇ ਪ੍ਰਭਾਵ ਆ ਤੁਹਾਡੀ ਰੂਹ 'ਤੇ, ਜਿਸ ਤਰ੍ਹਾਂ ਤੁਸੀਂ ਕਹਿੰਦੇ ਮੈਨੂੰ ਕੋਈ ਰਿਗਰੈਟ ਨਹੀਂ ਜੀ, ਕਈ ਤੁਹਾਡੀਆਂ ਸਕਸੈਸਿਸ ਵੀ ਹੈਗੀਆਂ, ਕਈ ਜਿਹੜਾ ਤੁਸੀਂ ਕਹਿੰਦੇ ਆ ਕਿ ਫੇਲਰਸ ਵੀ ਹੈਗੀਆਂ ਜੀ, ਤੇ ਉਹਨਾਂ ਨੂੰ ਜੇ ਤੁਸੀਂ ਕਲਮਬੱਧ ਕਰ ਸਕੋ ਜੀ ਤਾਂ ਉਹ ਸਾਡੇ ਵਰਗਿਆਂ ਲਈ ਤਾਂ ਇੱਕ ਬਹੁਤ ਵਧੀਆ ਇੱਕ ਐਕਸਪੀਰੀਅੰਸ ਹੋਣਾ। ਉਹਨਾਂ ਨੂੰ ਪੜ੍ਹ ਕੇ ਅਸੀਂ ਵੀ ਸਿੱਖਾਂਗੇ, ਸਾਡੀ ਆਡੀਅੰਸ ਨੂੰ ਵੀ ਇਹ ਮੌਕਾ ਮਿਲਣਾ ਆ ਕਿ ਜੇ ਉਹ ਇੱਕ ਆਰਟਿਸਟ ਦੇ ਵਿੱਚ, ਜਿਹੜੇ ਆਰਟਿਸਟ ਦੇ ਮਨ ਵਿੱਚ ਜਿਹੜੇ ਚੱਲਦੇ ਹੁੰਦੇ ਆ ਵੇਗ, ਹਾਂਜੀ 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 ਹਾਂਜੀ, ਉਹਨਾਂ ਨੂੰ ਪਰਖ ਤਾਂ ਨਹੀਂ ਹੋ ਸਕਦੇ, ਪਰ ਉਹ ਇਸ ਤਰ੍ਹਾਂ ਵੀ ਸੋਚ ਸਕਦੇ ਆ, ਦੇਖ ਸਕਦੇ ਆ ਕਿ ਉਹ ਆਰਟਿਸਟ ਕਿਸ ਤਰੀਕੇ ਨਾਲ ਉਹਨਾਂ ਨੂੰ ਨਿਹਾਰਦਾ ਹੈ ਜੀ, ਔਰ ਕਿਸ ਤਰੀਕੇ ਨਾਲ ਉਹਨਾਂ ਨੂੰ ਸ਼ਿੰਗਾਰਦਾ ਹੈ। ਬਿਲਕੁਲ ਠੀਕ ਹੈ। ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਕਿ ਤੁਹਾਡੀ ਕਿਤਾਬ ਆ ਜਿਹੜੀ, ਇਹਦੇ ਵਿੱਚ ਬਹੁਤ ਹੀ ਵੈਲ ਰਿਟਨ ਬੁੱਕ ਆ ਤੁਹਾਡੀ ਆਟੋਬਾਇਓਗ੍ਰਾਫੀ, ਜਿਹਦੇ ਵਿੱਚ ਤੁਸੀਂ ਸਿਰਫ ਆਪਣੀਆਂ ਰੈਵਿਲੇਸ਼ਨ ਇਹੀ ਨਹੀਂ ਕੀਤੀਆਂ, ਆਪਣੀ ਸਕਸੈਸ ਸਟੋਰੀ ਨਹੀਂ ਹੈਗੀ, ਆਮ ਲੋਕ ਆਪਣੀ ਪ੍ਰੇਜ਼ ਹੀ ਕਰਦੇ ਰਹਿੰਦੇ ਆ, ਪਰ ਇਹਦੇ ਵਿੱਚ ਤੁਸੀਂ ਸਾਰਾ ਹੀ ਕੁਛ ਜਿਹਨੂੰ ਅਸੀਂ ਕਹਿ ਸਕਦੇ ਹਾਂ ਵਾਟਸ ਐਂਡ ਆਲ ਸਭ ਕੁਛ ਹੀ ਦੱਸ ਦਿੱਤਾ ਹੈ। ਔਰ ਇਸ ਤਰ੍ਹਾਂ ਦੀ ਜਿਹੜੀ ਲਿਖਤ ਹੁੰਦੀ ਆ ਉਹ ਲੋਕਾਂ ਦੇ ਮਨ ਨੂੰ ਹਮੇਸ਼ਾ ਟੁੰਬਦੀ ਵੀ ਰਹਿੰਦੀ ਹੈ। ਮੈਂ ਤਾਂ ਜਾਣਦਾ ਜੀ ਗੱਲ ਨੂੰ ਕਿ ਕਿਤੇ ਕਿਤੇ ਮੈਂ ਪ੍ਰੇਜ਼ ਵੀ ਕੀਤੀ ਹੈ, ਕਿਉਂਕਿ ਜਦ ਤੱਕ ਤੁਸੀਂ ਕਹਾਣੀ ਦੇ ਵਿੱਚ ਇੰਟਰਸਟਿੰਗ ਪਾਰਟ ਨਹੀਂ ਲਿਆਉਂਦੇ ਹੈ ਨਾ, ਕਹਾਣੀ ਚੱਲਦੀ ਰਹਿੰਦੀ ਹੈ, ਲੇਕਿਨ ਕਿਤੇ ਨਾ ਕਿਤੇ ਤੁਹਾਨੂੰ ਜੰਪ ਕਰਨਾ ਪੈਂਦਾ ਹੈ। ਕੋਸ਼ਿਸ਼ ਕੀਤੀ ਹੈ ਜੀ, ਕਈ ਵਾਰੀ ਜਦੋਂ ਆਟੋਬਾਇਓਗ੍ਰਾਫੀ ਸਪੈਸ਼ਲੀ ਆਪਾਂ ਲਿਖਦੇ ਹਾਂ ਜੀ, ਅਸੀਂ ਥੋੜਾ ਜਿਹਾ ਡਰ ਜਾਂਦੇ ਹਾਂ, ਅਸੀਂ ਸਹਿਮ ਜਾਂਦੇ ਹਾਂ, ਅਸੀਂ ਕਿਹਦੇ ਕੋਲ ਡਰਦੇ ਹਾਂ, ਆਪਣੇ ਆਪ ਕੋਲੋਂ ਡਰਦੇ ਹਾਂ। ਬਿਲਕੁਲ, ਤੇ ਉਹ ਤੁਸੀਂ ਇਹਦੇ ਵਿੱਚ ਨਹੀਂ ਕੀਤਾ। ਮੇਰਾ ਕਹਿਣ ਦਾ ਮਕਸਦ ਇਹ ਬੜਾ ਕੁਛ ਕੀਤਾ ਹੈ ਜੀ, ਜੇ ਮੇਰੇ ਤੋਂ ਪੁੱਛਦੇ ਆ ਨਾ ਤੇ ਬਹੁਤ ਸਾਰੀਆਂ ਗੱਲਾਂ ਲੁਕੋਈਆਂ ਗਈਆਂ ਨੇ, ਕੌਨਸ਼ੀਅਸਲੀ ਲੁਕੋਈਆਂ ਗਈਆਂ ਨੇ, ਠੀਕ ਹੈ, ਜਿਹੜੀਆਂ ਕਿ ਮੈਂ ਕੋਈ ਜ਼ਰੂਰਤ ਨਹੀਂ ਕਰ ਪਾਇਆ ਜਿਹੜਾ ਕਿ ਉਹਨਾਂ ਨੂੰ ਗੱਲਾਂ ਨੂੰ ਕਰਨ ਦਾ। ਤੁਹਾਡੇ ਨਾਲ ਮੈਂ ਕਨਫੈਸ ਕਰ ਰਿਹਾ। ਹਾਂ, ਇਹ ਜ਼ਰੂਰ ਹੈਗਾ ਕਿ ਬਈ ਸਮਾਜਿਕ ਤੌਰ 'ਤੇ ਅਸੀਂ ਜਿਸ ਸਮਾਜ ਵਿੱਚ ਰਹਿੰਦੇ ਹਾਂ, ਕੁਛ ਇੱਕ ਸਾਡੀਆਂ ਬੰਦਿਸ਼ਾਂ ਹੁੰਦੀਆਂ ਨੇ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਜਿਸ ਚੰਡੀਗੜ੍ਹ ਦੇ ਥੀਏਟਰ ਡਿਪਾਰਟਮੈਂਟ ਦੇ ਜਿਹੜੇ ਗੁਰੂ ਸੀਗੇ, ਉਹਨਾਂ ਦਾ ਗਾਰਗੀ ਤਾਂ ਨਹੀਂ ਹੋ ਸਕਦਾ, ਸਮਝਦੇ ਨਾ, ਉਹਨਾਂ ਮਹਾਨ ਨਹੀਂ ਹੋ ਸਕਦਾ। ਮੈਨੂੰ ਇਹ ਨਾਲੇ ਮਹਾਨ ਹੋਣ ਲਈ ਜਾਂ ਕੁਛ ਕਰਨ ਲਈ, ਮੈਂ ਤਾਂ ਆਪਣਾ ਆਨੰਦ ਵਿੱਚ ਜਿਹੜਾ ਟੋਟਲ ਜਿਹੜੇ ਮੇਰੇ ਫੇਲੀਅਰ ਸੀਗੇ, ਜਦੋਂ ਤੁਸੀਂ ਪੜ੍ਹਦੇ ਆ ਕੱਲਾ ਕੱਲਾ ਪੜਾਓ, ਕੱਲਾ ਕੱਲਾ ਪਲਾਟ ਜਿਹੜਾ ਹੈਗਾ ਨਾ, ਕੱਲਾ ਕੱਲਾ ਚੈਪਟਰ ਜਿਹੜਾ ਹੈਗਾ, ਬੇਸਿਕਲੀ ਮੇਰੇ ਦਿਸ ਇਜ਼ a story of my failures which gave me success, right ਜੀ। ਇੱਕ ਜਗ੍ਹਾ ਤਾਂ ਵੈਸੇ ਮੈਨੂੰ ਵੀ ਮਹਿਸੂਸ ਹੋਇਆ ਸੀ, ਹੁਣ ਤੁਸੀਂ ਕਹਿੰਦੇ ਆ ਤਾਂ ਮੈਂ ਵੀ ਕਹਿ ਹੀ ਦਿੰਦਾ ਜੀ, ਕਿ ਜਦੋਂ ਤੁਹਾਡੀ ਉਹ ਮੈਰਿਜ ਦੇ ਪ੍ਰਪੋਜ਼ਲ ਦੀ ਗੱਲ ਚੱਲਦੀ ਹੈ ਨਾ ਜੀ, ਉਦੋਂ ਤੁਸੀਂ ਜੇ ਥੋੜਾ ਜਿਹਾ ਹੋਰ ਵਿਸਥਾਰ ਨਾਲ ਲਿਖਦੇ ਜੀ ਤਾਂ ਸ਼ਾਇਦ ਇਸ ਤਰ੍ਹਾਂ ਨਾ ਲੱਗਦਾ ਕਿ ਕੋਈ ਚੀਜ਼ ਨੂੰ ਤੁਸੀਂ ਛੁਪਾ ਰਹੇ। ਨਹੀਂ, ਉੱਥੇ ਉਹ ਛੁਪਾਉਣ ਵਾਲੀ ਗੱਲ ਨਹੀਂ ਸੀ। ਮੈਂ ਸੋਚਦਾ ਕਿ ਕੁਛ ਇੱਕ ਜੀਵਨ ਦੇ ਜਿਹੜੇ ਨਾ ਜਿਹੜੇ ਤੁਹਾਡੇ ਪਰਸਨਲ ਚੀਜ਼ਾਂ ਹੁੰਦੀਆਂ ਹੈ ਨਾ, ਕਿਉਂਕਿ ਮੈਂ ਇਹਦੇ 'ਚ ਧਰਮ ਦੀ ਕੋਈ ਗੱਲ ਨਹੀਂ ਕੀਤੀ, ਜ਼ਿਆਦਾ ਗੱਲ ਨਹੀਂ ਕੀਤੀ ਹੈ ਨਾ, ਕਿਉਂਕਿ ਧਰਮ ਬੜਾ ਪਰਸਨਲ ਚੀਜ਼ ਹੈ। ਜਿਹੜੀ ਤੁਹਾਡੀ ਮੈਰਿਡ ਲਾਈਫ ਹੈ,
ਮੈਂ ਇਹਦੇ ਵਿੱਚ ਇਹ ਕੋਸ਼ਿਸ਼ ਕੀਤੀ ਹੈ ਕਿ ਵੀ ਉਹ ਡਰਾਮਾ ਜਿਹੜਾ ਹੈ, ਉਹ ਲਾਈਫ ਜਿਹੜੀ ਹੈ, ਉਹ ਰੋਮਾਂਸ ਜਿਹੜਾ ਹੈ, ਰੋਮਾਂਚਿਤ ਕਹਾਣੀਆਂ ਇਹਦੇ ਵਿੱਚ ਨਾ ਕਰਕੇ, ਇਹਦੇ ਵਿੱਚ ਐਡ ਨਾ ਕਰਕੇ, ਜਿਹੜੀ ਮੇਰੀ ਸਟਰਗਲ ਹੈ ਉਹਦੀ ਕੋਸ਼ਿਸ਼ ਕੀਤੀ ਹੈ ਕਿ ਉਹ ਸਟਰਗਲ ਪਤਾ ਲੱਗ ਸਕੇ ਕਿ ਇੱਕ ਆਰਟਿਸਟ ਦੀ ਜਿਹੜੀ ਸਟਰਗਲ ਕੀ ਹੁੰਦੀ ਹੈ, ਉਹਦੇ ਇਰਦ ਗਿਰਦ ਹੀ ਮੈਂ ਜਿਹੜੀ ਕਹਾਣੀ ਹੈ, ਜੋ ਐਕਸਪੀਰੀਅੰਸਿਸ ਨੇ, ਉਹ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ ਜੀ। ਵੈਸੇ ਚੰਗਾ ਇਹ ਵੀ ਹੁੰਦਾ, ਜ਼ਿਆਦਾ ਚੰਗਾ ਹੁੰਦਾ ਅਗਰ ਤੁਸੀਂ ਪ੍ਰੀ ਮੈਰਿਜ ਜਿਹੜੇ ਤੁਹਾਡੇ ਐਕਸਪੀਰੀਅੰਸ ਹੈਗੇ, ਅੱਛਾ, ਤੇ ਕਿਉਂਕਿ ਉਹ ਵੀ ਜਿਹੜੇ ਇੱਕ ਪੇਂਟਰ ਨੂੰ, ਇੱਕ ਰਾਈਟਰ ਨੂੰ, ਇੱਕ ਆਰਟਿਸਟ ਨੂੰ ਬਹੁਤ ਹੀ ਜ਼ਿਆਦਾ ਇਨਫਲੂਐਂਸ ਕਰਦੇ ਆ ਬਹੁਤ ਵਾਰੀ। ਬਿਲਕੁਲ ਠੀਕ ਹੈ। ਤੇ ਉਹ ਅਗਰ ਤੁਸੀਂ ਉਹਨਾਂ ਦਾ ਜ਼ਿਕਰ ਵੀ ਕਰ ਦਿੰਦੇ, ਉਹ ਵੀ ਇੱਕ ਸਟਰਗਲ ਦਾ ਹਿੱਸਾ ਹੀ ਹੋਣਾ ਸੀ। ਥੈਂਕਸ ਟੂ ਡਾਕਟਰ ਮੁਲਕ ਰਾਜ ਆਨੰਦ, ਜਿਨ੍ਹਾਂ ਨੇ ਆਪਣੀ ਰਾਈਟਿੰਗ ਦੇ ਵਿੱਚ, ਤੁਸੀਂ ਉਹਨਾਂ ਦੇ ਸ਼ਿਸ਼ ਹੋ, ਬੜੇ ਨੇੜੇ ਹੋ, ਅਸੀਂ ਦੋਨੋਂ ਇਸ ਤਰ੍ਹਾਂ ਇਸ ਲੈਵਲ 'ਤੇ ਗੁਰੂ ਭਾਈ ਹੈ ਨਾ, ਕਿ ਉਹਨਾਂ ਤੋਂ ਮੈਂ ਇੱਕ ਚੀਜ਼ ਜਿਹੜਾ ਰੀਅਲਿਜ਼ਮ ਹੈ ਨਾ, ਉਹ ਸਿੱਖਿਆ ਸੀ। ਬਿਲੀਵ ਕਰਨਾ, ਮੇਰੇ ਵਾਸਤੇ ਬਚਪਨ ਤੋਂ ਹੀ ਜਾਂ ਕਾਲਜ ਦੇ ਵਿੱਚ ਹੀ, ਜਿਹਨੂੰ ਅਸੀਂ ਗਹਿਨ ਪ੍ਰੇਮ ਕਹਿੰਦੇ ਹਾਂ ਨਾ, ਕਿ ਉਹ ਪ੍ਰੇਮ 'ਚ ਪੈ ਜਾਂਦਾ ਕੋਈ ਬੰਦਾ ਅਤੇ ਉਹਦੇ ਪ੍ਰੇਮ 'ਚ ਇੱਦਾਂ ਕੁਛ ਹੋ ਜਾਂਦਾ, ਆਈ ਵਾਜ਼ ਵੈਰੀ ਮਚ ਕੌਨਸ਼ੀਅਸ ਅਬਾਊਟ ਦੈਟ। ਤੁਹਾਡੇ ਨਾਲ ਮੈਂ ਇੱਕ ਗੱਲ ਸ਼ੇਅਰ ਕਰਦਾ। ਕਾਲਜ ਦੇ ਵਿੱਚ ਪੜ੍ਹਦਾ ਸੀਗਾ ਅਤੇ ਉਹਨਾਂ ਦਿਨਾਂ 'ਚ ਮੈਂ ਸਾਰੀ ਰਾਤ ਕੰਮ ਕਰਦਾ ਹੁੰਦਾ ਸੀ, ਕਿਸੇ ਪੇਂਟਰ ਨਾਲ ਕੰਮ ਕਰਨਾ ਜਾਂ ਕਿਤਾਬਾਂ ਇਲਸਟ੍ਰੇਟ ਕਰ ਰਿਹਾ ਜਾਂ ਕੁਛ ਕਰ ਰਿਹਾ ਸੀਗਾ, ਹੈ ਨਾ, ਅਤੇ ਦਿਨ ਨੂੰ ਮੈਂ ਕਾਲਜ ਅਟੈਂਡ ਕਰਦਾ ਸੀਗਾ। ਕੁੜੀਆਂ ਮੁੰਡੇ ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ। ਇਹ ਨਹੀਂ ਹੁੰਦਾ ਕਿ ਜਦੋਂ ਤੁਸੀਂ ਪੜ੍ਹਦੇ ਆ ਕਿਸੇ ਨਾਲ ਤੁਹਾਡੀ ਅਫੈਕਸ਼ਨ ਨਹੀਂ ਹੁੰਦੀ ਜਾਂ ਕੋਈ ਤੁਹਾਨੂੰ ਚੰਗਾ ਨਹੀਂ ਲੱਗਦਾ, ਉਹ ਜਿਹੜਾ ਤੁਹਾਡਾ ਪੱਖ ਹੁੰਦਾ ਨਾ, ਹਮੇਸ਼ਾ ਹੀ ਹੁੰਦਾ, ਅੰਦਰ ਚੱਲਦਾ ਹੁੰਦਾ, ਤੁਹਾਡੇ ਬਹੁਤ ਕੁਝ ਚੱਲਦਾ ਹੁੰਦਾ। ਲੇਕਿਨ ਅਚਾਨਕ ਇੱਕ ਲੜਕੀ, ਆਪਾਂ ਇਕੱਠੇ ਬੈਠੇ ਕੈਂਟੀਨ 'ਚ ਗੱਪਾਂ ਛੱਪਾਂ ਕਰ ਰਹੇ ਸੀ, ਅਤੇ ਇੱਕ ਉਹ ਕੁੜੀ ਕਹਿੰਦੀ ਹੈ ਕਿ ਵੀ ਐਸੇ ਬੰਦੇ ਨਾਲ ਜਿਹਦੀ 1000-1200 ਰੁਪਈਆ ਤਨਖਾਹ ਹੋਵੇ, ਉਹਦੇ ਨਾਲ ਤਾਂ ਵਿਆਹ ਨਹੀਂ ਕਰਾਉਣਾ ਚਾਹੀਦਾ। ਉਹ ਮੇਰੀ ਸਾਈਕੀ ਦੇ ਉੱਤੇ ਐਡਾ ਵੱਡਾ ਉਹਨੇ ਹਿੱਟ ਕੀਤਾ, ਹੈ ਨਾ। ਮੈਂ ਕਿਹਾ ਯਾਰ, ਅਸੀਂ ਕਈ ਵਾਰੀ ਬੜਾ ਕੁਛ ਤਾਣਾ ਬਾਣਾ ਬੁਣ ਰਹੇ ਹੁੰਦੇ ਹਾਂ ਕਿਸੇ ਲੜਕੀ ਬਾਰੇ, ਬਥੇਰੇ ਮੁੰਡੇ ਕਰਦੇ ਹੁੰਦਾ, ਇਹ ਨੈਚੁਰਲ ਹੈ ਨਾ। ਲੇਕਿਨ ਇੱਕ ਔਰਤ ਦੀ ਜਿਹੜੀ ਸੋਚ ਹੁੰਦੀ ਹੈ ਨਾ, ਉਹ ਬੜੀ ਪ੍ਰੈਕਟੀਕਲ ਹੁੰਦੀ ਹੈ ਇਸ ਮਾਮਲੇ ਵਿੱਚ, ਕਿ ਯਾਰ ਇਹਦੀ ਔਰ 1000-1200, ਔਰ ਸਾਡੇ ਨਾਲ ਆਲੇ ਦੁਆਲੇ ਜਿੰਨੇ ਵੀ ਸੀਗੇ ਮੁੰਡੇ 1000-1200 ਕੇ ਅਸੀਂ 500-600 ਰੁਪਏ ਨਹੀਂ ਸੀ ਕਮਾਉਂਦੇ। ਠੀਕ ਹੈ। ਅਤੇ ਉਦੋਂ ਤੋਂ ਕੌਨਸ਼ੀਅਸ ਹੋ ਗਿਆ ਕਿ ਯਾਰ ਇਹ ਜਿਹੜਾ ਪ੍ਰੇਮ ਔਰ ਜਿਹੜਾ ਹੈ, ਇਹਨੂੰ ਥੋੜ੍ਹਾ ਜਿਹਾ ਨਾ ਝੱਲਿਆਂ ਵਾਂਗੂ ਨਹੀਂ, ਪ੍ਰੈਕਟੀਕਲੀ। ਹਾਂਜੀ। ਇੱਕ ਚੀਜ਼ ਹੋਰ ਹੁੰਦੀ ਆ, ਜਿਹੜਾ ਇੱਕ ਮੇਰੇ ਇੱਕ ਬੜੇ ਅੱਛੇ ਮਿੱਤਰ ਨੇ, ਉਹਨਾਂ ਨੇ ਇੱਕ ਸ਼ਬਦ ਯੂਜ਼ ਕਰਦੇ ਹੁੰਦੇ ਨੇ, ਉਹ ਸ਼ਬਦ ਯੂਜ਼ ਕਰਨੇ ਗਧਾ 25ਸੀ। ਗਧਾ ਜਦੋਂ ਬੰਦਾ 24-25 ਸਾਲ ਦੀ 22 ਸਾਲ ਦੀ ਉਮਰ 'ਚ ਹੁੰਦਾ ਨਾ, ਅਤੇ ਉਹ ਇੱਥੋਂ ਗਧਾ ਹੀ ਹੁੰਦਾ, ਉਹਨੂੰ ਕੋਈ ਵੀ ਲੜਕੀ ਚੰਗੀ ਲੱਗਦੀ ਹੈ, ਜੋ ਮਰਜ਼ੀ ਹੋ ਜਾਏ, ਉਸ ਵੇਲੇ ਕਿ ਉਹ ਜਾਨ ਦੇਣ ਲਈ ਤਿਆਰ ਹੁੰਦਾ। ਲੇਕਿਨ ਜਦੋਂ ਅਸੀਂ ਥੋੜ੍ਹੇ ਜਿਹੇ ਕੌਨਸ਼ੀਅਸ ਹੁੰਦੇ ਹਾਂ, ਜੀਵਨ ਪ੍ਰਤੀ ਕੌਨਸ਼ੀਅਸ ਹੋ ਜਾਂਦੇ, ਲਾਈਫ ਪ੍ਰਤੀ ਕੌਨਸ਼ੀਅਸ ਹੋ ਜਾਂਦੇ, ਇਹ ਚੰਗਾ ਪੱਖ ਵੀ ਆ, ਮਾੜਾ ਵੀ ਹੋ ਸਕਦਾ ਹੈ, ਹੈ ਨਾ। ਅਤੇ ਉਦੋਂ ਮੈਨੂੰ ਲੱਗਦਾ ਮੇਰੇ ਨਾਲ ਮੇਰਾ ਜਿਹੜਾ ਇਹ ਪੱਖ ਸੀ, ਬੜਾ ਹਾਵੀ ਰਿਹਾ ਸੀ। ਮੈਨੂੰ ਜੀਵਨ ਦਾ ਥੋੜ੍ਹਾ ਜਿਹਾ ਪ੍ਰੈਕਟੀਕਲ ਜਿਹੜਾ ਸੀਗਾ ਰੁੱਖ, ਜਿਹੜਾ ਉਹ ਆਸਪੈਕਟ ਹੈ, ਉਹਦੇ ਬਾਰੇ ਥੋੜ੍ਹੀ ਜਿਹੀ ਅੰਦਰੋਂ ਉਹ ਜਿਹੜੀ ਹੈਗੀ ਹੈ, ਜਿਹੜੀ ਉਹ ਸੋਚ ਸੀ, ਉਹ ਥੋੜ੍ਹਾ ਜਿਹਾ ਹਾਵੀ ਰਹੀ ਮੇਰੇ ਦੇ ਉੱਤੇ। ਇਸ ਕਰਕੇ ਜਿਹੜਾ ਹੈਗਾ, ਉਹ ਪ੍ਰਸੰਗ ਜਿਹੜੇ ਹੁੰਦੇ ਨੇ, ਉਹ ਮੈਂ ਨਹੀਂ ਦਰਜ ਕਰ ਸਕਿਆ ਜਾਂ ਲਿਖ ਸਕਿਆ, ਜਾਂ ਉਹ ਆਈ ਵਾਜ਼ ਵੈਰੀ ਮੱਚ ਉਹਦੇ ਬਾਰੇ 'ਚ ਮੈਨੂੰ ਬਹੁਤ ਜ਼ਿਆਦਾ ਕੌਨਸ਼ੀਅਸ ਸੀਗਾ ਉਸ ਮਾਮਲੇ 'ਚ। ਠੀਕ ਹੈ ਜੀ। ਉਹ ਮੈਂ ਜੋ ਪੜ੍ਹਨ ਤੋਂ ਬਾਅਦ ਮਹਿਸੂਸ ਕੀਤਾ ਜੀ। ਅਤੇ ਵੈਸੇ ਵੀ ਤੁਹਾਡੀ ਗੱਲ ਵੀ ਸਹੀ ਹੈ ਜੀ। ਵੈਸੇ ਜਿੱਦਾਂ ਕਹਿੰਦੇ ਹੁੰਦੇ, ਇੱਕ ਗਾਣਾ ਵੀ ਹੈਗਾ, ਕਿਤਾਬੋਂ ਮੇਂ ਛਪਤੇ हैं चाहत के किस्से, हकीकत की दुनिया में चाहत नहीं है। ਹਕੀਕਤ की दुनिया में ਚਾਹਤ ਨਹੀਂ। ਮੈਂ ਅੱਜ ਕੱਲ੍ਹ ਕੁਝ ਚੀਜ਼ਾਂ ਗੁਣਗੁਣਾਉਣਾ ਹੁੰਦਾ ਕਿ ਉਹ ਨੈਗੇਟਿਵ ਪੱਖ ਨਹੀਂ ਹੈਗਾ। ਮੈਨੂੰ ਇਹ ਗਾਣਾ ਬੜਾ ਵਧੀਆ ਲੱਗਦਾ ਹੈ। ਹਾਂਜੀ। ਕਿਹੜਾ ਜੀ? ਉਪਕਾਰ ਫਿਲਮ ਦਾ ਇੱਕ ਗਾਣਾ ਹੈ, ਪ੍ਰਾਣ ਦੇ ਉੱਤੇ ਉਹ ਕੀਤਾ ਗਿਆ ਸੀਗਾ, ਫਿਲਮਾਇਆ ਗਿਆ ਸੀਗਾ, ਮਨੋਜ ਕੁਮਾਰ ਦੀ ਮੂਵੀ ਸੀ। ਹਾਂਜੀ। ਕਸਮੇ ਵਾਦੇ ਪਿਆਰ ਵਫਾ ਸਭ बातें हैं बातों का क्या, कोई किसी का नहीं ये झूठे नाते हैं नातों का क्या, कसमें वादे प्यार वफा सब बातें हैं बातों का क्या। सो ਅਸਲੀਅਤ ਵਿੱਚ ਸਾਨੂੰ ਪਤਾ ਹੁੰਦਾ ਕਿ ਵੀ ਇਕੱਲੇ ਆਏ ਆ, ਇਕੱਲੇ ਜਾਣਾ ਸਰ। ਇਹ ਐਸੋਸੀਏਸ਼ਨ ਹੈਗੀ ਹੈ ਨਾਲ, ਜਿਹੜਾ ਜੋ ਡਿਊਟੀ ਹੈ, ਇਹ ਸੰਸਾਰ ਦਾ ਜਿਹੜਾ ਡਰਾਮਾ ਹੈਗਾ, ਇਹਦੇ ਵਿੱਚ ਸਾਡੇ
ਜਿਹੜੇ ਕਹਿ ਲਓ ਕਿ ਕਰੈਕਟਰਸ ਹੈਗੇ ਉਹਨਾਂ ਦੇ ਨਾਲ ਖੇਡੋ, ਉਹਨਾਂ ਦੇ ਨਾਲ ਡਰਾਮਾ ਇਹ ਪਲੇ ਕਰੋ, ਲੇਕਿਨ ਤੁਹਾਡੀ ਐਂਟਰੀ ਇਕੱਲਿਆਂ ਦੀ ਹੋਈ ਹੈ, ਜਾਣਾ ਤੁਸੀਂ ਇਕੱਲਿਆਂ ਨੇ। ਜੇ ਇਹ ਤੁਹਾਨੂੰ ਇਸ ਬਾਰੇ ਅਵੇਅਰ ਹੈਗੇ ਆ, ਹਾਂਜੀ ਹਾਂਜੀ, ਤੇ ਫਿਰ ਮੇਰਾ ਕਿਆ ਤੇਰਾ ਕਿਆ। ਹਾਂਜੀ ਹਾਂਜੀ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਵੀ ਲਿਖਿਆ ਹੈ ਕਿ ਅੰਜਨ ਮਾਹੇ ਨਿਰੰਜਨ ਰਹੀ ਹੈ। ਹਾਂਜੀ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਜਸਵੰਤ ਜੀ। ਕਿ ਮੈਂ ਆਖਰ ਵਿੱਚ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਕਿ ਤੁਸੀਂ ਸਮਾਂ ਦਿੱਤਾ ਔਰ ਸਤਰੰਗੀ ਰੇਨਬੋ ਪ੍ਰੋਗਰਾਮ ਨੂੰ ਤੁਸੀਂ ਸ਼ਿੰਗਾਰ ਦਿੱਤਾ ਹੈ ਆਪਣੀਆਂ ਪੇਂਟਿੰਗਸ ਦੇ ਨਾਲ, ਆਪਣੇ ਮਿਊਜ਼ਿਕ ਦੇ ਨਾਲ, ਔਰ ਪਰਟੀਕੁਲਰਲੀ ਤੁਹਾਡੇ ਥਾਟ ਪ੍ਰੋਸੈਸ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ ਰਾਜੇਸ਼ ਜੀ। ਤੁਹਾਡੀਆਂ ਬਹੁਤ ਸਾਰੀਆਂ ਇੰਟਰਵਿਊ ਮੈਂ ਦੇਖੀਆਂ, ਤੁਸੀਂ ਬੜੀ ਕਮਾਲ ਦੀ, ਬੜੀ ਵੱਖਰੀ ਗੱਲ ਕਰਦੇ ਆ, ਇਸ ਲਈ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਜਿਹੜਾ ਹੈਗਾ ਇੱਕ ਨਿਮਾਣੇ ਬੰਦੇ ਨੂੰ ਮਾਣ ਬਖਸ਼ਿਆ ਜੀ। ਨਹੀਂ ਨਹੀਂ, ਇਹ ਤੁਹਾਡੀ ਹਲੀਮੀ ਹੈ, ਇਹ ਤੁਹਾਡਾ ਬੜੱਪਨ ਹੈ। ਥੈਂਕ ਯੂ ਵੈਰੀ ਮਚ ਜੀ ਜਸਵੰਤ ਜੀ। Thank you so much. Thank you ji, thank you. And many congratulations for your future projects. Thank you ji.